ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਦਾ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਨੂੰ ਜੀ, ਸ਼ੁਕਰੀਆ ਨਾਲ ਜੋੜਨ ਲਈ। ਨੰਬਰ ਰਹੇਗਾ ਸਟੂਡੀਓ ਦਾ। ਸਤਿ ਸ੍ਰੀ ਅਕਾਲ ਜੀ ਅੰਜੂ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਿਦਾ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਿੱਧੂ ਮੂਸੇਵਾਲੇ ਦੇ ਬਾਪੂ ਬਲਕੌਰ ਸਿੰਘ ਨੂੰ ਪਾਕਿਸਤਾਨ ਤੋਂ ਮਾਰਨ ਦੀਆਂ ਖਬਰਾਂ ਧਮਕੀਆਂ ਦੀ ਜਿਹੜੀ ਖਬਰ ਛਪੀ ਹੈ, ਬਲਕੌਰ ਸਿੰਘ ਨੇ ਕਿਹਾ ਕਿ ਜਿਹੜਾ ਮੁਕਾਬਲਾ ਹੋਇਆ ਪੁਲਿਸ ਨੇ ਚੰਗਾ ਕੀਤਾ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਜਿਹੜਾ ਰਿੰਦਾ ਬੈਠਾ ਨਾ ਜੀ ਆਪਣਾ ਉੱਥੇ ਪਾਕਿਸਤਾਨ ਦੇ ਵਿੱਚ, ਉਹਦੀ ਤਾਰਾਂ ਜੁੜਨ ਲੱਗ ਪਈਆਂ ਨੇ ਇਸ ਸੰਬੰਧ ਵਿੱਚ। ਤੇ ਪਾਕਿਸਤਾਨ ਵੱਲੋਂ ਵੱਖ-ਵੱਖ ਤਰੀਕੇ ਨਾਲ, ਮਤਲਬ ਇੰਸਟਾਗ੍ਰਾਮ ਹੈਗਾ ਇੱਕ ਬਲਕੌਰ ਸਿੰਘ ਦਾ, ਇੰਸਟਾ ਦੇ ਉੱਪਰ ਧਮਕੀਆਂ ਆਈਆਂ ਨੇ ਉਹਨੂੰ ਕਿ ਤੈਨੂੰ ਅਗਲਾ ਨੰਬਰ ਤੇਰਾ ਹੈਗਾ, ਤੈਨੂੰ ਮਾਰ ਦਿਆਂਗੇ ਅਸੀਂ। ਤੇ ਹੁਣ ਉਹ ਬਲਕੌਰ ਸਿੰਘ ਨੇ ਵੀ ਇਹ ਗੱਲ ਕੀਤੀ ਹੈ ਕਿ ਮੈਨੂੰ ਕੋਈ ਇਤਰਾਜ਼ ਨਹੀਂ ਵੀ ਚਲੋ ਜੋ ਤੁਸੀਂ ਜਿਹਨੇ ਧਮਕੇ ਦੇਣੇ ਦਵੇ, ਕੋਈ ਵੀ ਗੱਲ ਕਰੇ। ਤੇ ਪਰ ਪੰਜਾਬ ਪੁਲਿਸ ਸਤਰਕ ਹੋ ਗਈ ਹੈ ਇਹ ਧਮਕੀਆਂ ਤੋਂ ਬਾਅਦ। ਪੰਜਾਬ ਪੁਲਿਸ ਨੇ ਉਹਨਾਂ ਨੂੰ ਉਹਦੀ ਸੁਰੱਖਿਆ ਦੇ ਵਿੱਚ ਹੋਰ ਜਿਹੜੀ ਬੜਾ ਸਤਰਕਤਾ ਬਣਾਈ ਹੈ। ਕੱਲ ਗਏ ਸੀਗੇ ਉਹਨਾਂ ਨੂੰ ਪਹਿਚਾਣਨ ਵਾਸਤੇ, ਉੱਥੇ ਉਹਨਾਂ ਨੇ ਮੀਡੀਆ ਨਾਲ ਪਹਿਲਾਂ ਤਾਂ ਦੂਰੀ ਬਣਾ ਕੇ ਰੱਖੀ, ਪਰ ਪਹਿਚਾਣਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਕਿ ਪੁਲਿਸ ਨੇ ਜੋ ਕੰਮ ਕੀਤਾ ਚੰਗਾ ਕੀਤਾ। ਬੇਸ਼ੱਕ 2 ਗੈਂਗਸਟਰ ਮਾਰਨ ਦੇ ਨਾਲ ਮੇਰਾ ਪੁੱਤ ਵਾਪਸ ਨਹੀਂ ਆ ਜਾਏਗਾ, ਪਰ ਪੰਜਾਬ ਨੂੰ ਰਾਹਤ ਮਿਲੇਗੀ। ਇਸ ਤਰ੍ਹਾਂ ਨੂੰ ਲਗਾਤਾਰ ਜਦ ਤੱਕ ਕਹਿੰਦੇ ਗੈਂਗਸਟਰ ਜਿਉਂਦੇ ਆ, ਮੇਰਾ ਮਨ ਨਹੀਂ ਠੀਕ ਹੈਗਾ। ਗੈਂਗਸਟਰਾਂ ਦਾ ਜਿਹੜਾ ਕੇਸ ਪਾਇਆ ਹੋਣਾ ਚਾਹੀਦਾ, ਇਹ ਗੱਲ ਉਹਨਾਂ ਨੇ ਸਪਸ਼ਟ ਤੌਰ ਤੇ ਆਖੀ ਆ। ਬੇਸ਼ੱਕ ਦੇਖੋ ਇਹ ਮੌਕਾ ਹੁੰਦਾ, ਇੱਕ ਵਕਤ ਹੁੰਦਾ, ਸਮਾਂ ਹੁੰਦਾ ਜਦੋਂ ਦੁਖੀ ਬੰਦਾ ਜਿਹਦਾ ਨੌਜਵਾਨ ਪੁੱਤ ਚਲਾ ਜਾਵੇ ਤੇ ਬਹੁਤ ਬੁਰੀ ਤਰ੍ਹਾਂ ਉਹਦਾ ਮਨ ਟੁੱਟਦਾ ਹੁੰਦਾ। ਕੱਲ ਉਹ 2 ਬੰਦੇ ਵੀ ਗਏ ਆ ਉੱਥੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਨਾਲ ਉਸ ਵੇਲੇ ਸਨ ਜਦੋਂ ਉਹਨਾਂ ਤੇ ਗੋਲੀਆਂ ਚੱਲੀਆਂ, ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ। ਅੱਛਾ, ਮੁੰਡੇ ਇਹ 2 ਮੁੰਡੇ ਉਸ ਵੇਲੇ ਸੀਗੇ ਜਦੋਂ ਨਾਲ ਗੋਲੀਆਂ ਚੱਲੀਆਂ ਤੇ ਇਹਨਾਂ ਨੇ ਗੈਂਗਸਟਰਾਂ ਨੂੰ ਬਿਲਕੁਲ ਨੇੜਿਓਂ ਦੇਖਿਆ ਨਾ, ਤੇ ਹਾਲਾਤ ਕਿਵੇਂ ਗੋਲੀਆਂ ਮਾਰੇ ਉਹਨੇ। ਇਹ 2 ਮੁੰਡੇ ਵੀ ਗਏ ਆ ਦੇਖਣ ਵਾਸਤੇ, ਪਹਿਚਾਣਨ ਵਾਸਤੇ ਦੋਵੇਂ ਗੈਂਗਸਟਰਾਂ ਨੂੰ, ਤੇ ਇਹਨਾਂ ਨੇ ਵੀ ਪਹਿਚਾਣੇ ਹੈਗੇ ਆ ਤੇ ਉਹ ਪਹਿਚਾਣ ਕੀਤੀ ਆ। ਤੇ ਸੱਚੀ ਮੁੱਚੀ ਉਹੀ ਬੰਦੇ ਨੇ ਰੂਪਾ ਤੇ ਗੁੱਸਾ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਕਿ ਮੂਸੇਵਾਲਾ ਦੇ ਗੋਲੀਆਂ ਮਾਰੀਆਂ ਸੀਗੀਆਂ। ਇਹ 2 ਬੰਦੇ ਉਹੀ ਨੇ, ਇਹਨਾਂ ਨੇ ਵੀ ਪਹਿਚਾਣ ਕੀਤੀ ਆ। ਤੇ ਸਵਾਲ ਜਵਾਬ ਬੜੇ ਉੱਠਦੇ ਆ ਚਾਵਲਾ ਸਾਹਿਬ। ਸਵਾਲਾਂ ਦਾ ਤੱਕ ਹਰ ਇੱਕ ਬੰਦੇ ਦਾ ਸਵਾਲ ਕਰਨਾ ਤਾਂ ਇੱਕ ਫਰਜ਼ ਬਣਦਾ, ਮੇਰਾ ਵੀ ਸਵਾਲ ਕਰਨਾ ਫਰਜ਼ ਬਣਦਾ, ਹਰ ਇੱਕ ਬੰਦੇ ਦਾ ਸਵਾਲ ਕਰਨਾ ਫਰਜ਼ ਬਣਦਾ। ਕਿੰਤੂ ਪਰੰਤੂ ਕਿਸੇ ਦੇ ਮਨ ਵਿੱਚ ਵੀ ਹੋ ਸਕਦਾ, ਤੇ ਜੇ ਕਿੰਤੂ ਪਰੰਤੂ ਨੂੰ ਹੋਏਗਾ ਤਾਂ ਗੱਲ ਨਹੀਂ ਚੱਲਣੀ ਅੱਗੇ। ਆਪਣੀ ਗੱਲ ਤਾਂ ਹੀ ਚੱਲਦੀ ਹੈ ਨਾ ਜੇ ਕਿੰਤੂ ਪਰੰਤੂ ਹੋਵੇ। ਤੇ ਜੇ ਰਾਵਣ ਨਹੀਂ ਹੈਗਾ ਤਾਂ ਫਿਰ ਰਾਮਾਇਣ ਨਹੀਂ ਲਿਖੀ ਜਾਣੀ ਸੀਗੀ, ਤੇ ਕਿੰਤੂ ਪਰੰਤੂ ਹੋਣਾ ਲਾਜ਼ਮੀ ਆ। ਤੇ ਇਸ ਕਰਕੇ ਲੋਕ ਕੁਝ ਕਿੰਤੂ ਇਹ ਵੀ ਕਰ ਰਹੇ ਆ ਕਿ ਇਹ ਬੰਦੇ ਉਹ ਨਹੀਂ ਹੈਗੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਹੈਗਾ। ਸਵਾਲ ਇਹ ਵੀ ਉੱਠ ਰਿਹਾ ਕਿ ਕੁਝਨਾਂ ਨੂੰ ਇੰਨੀ ਸੁਰੱਖਿਆ ਦੇ ਨਾਲ ਤੁਸੀਂ ਪੇਸ਼ ਕਰਦੇ ਹੋ ਤੇ ਕੁਝਨਾਂ ਨੂੰ ਏਦਾਂ ਤੁਸੀਂ ਮਾਰ ਕੇ ਖਤਮ ਕਰ ਦਿੱਤਾ ਗਿਆ। ਫੜੇ ਵੀ ਜਾ ਸਕਦੇ ਸਨ, ਘੇਰਾ ਪਿਆ ਰਹਿ ਸਕਦਾ ਸੀ। ਕਿੰਨਾ ਕੁ ਚਿਰ ਉਹ ਭੁੱਖੇ ਪਿਆਸੇ ਰਹਿੰਦੇ, ਇਹ ਵੀ ਇੱਕ ਗੱਲ ਕਹੀ ਜਾ ਰਹੀ। ਕਿੰਨਾ ਕੁ ਚਿਰ ਉਹ ਗੋਲੀਆਂ ਚਲਾਉਂਦੇ, ਕਿੰਨੀਆਂ ਕੁ ਉਹਨਾਂ ਕੋਲ ਗੋਲੀਆਂ ਸੀ, ਕਿੰਨੇ ਕੁ ਜਾਣੇ ਸੀ? ਉਹ 2 ਜਾਣੇ ਸੀ, ਇੱਕ 47 ਹੈ, ਇੱਕ ਪਿਸਟਲ ਹੈ। ਕਿੰਨੀਆਂ ਕੁ ਗੋਲੀਆਂ ਚਲਾਉਣ ਦੇ ਭੁੱਖ ਪਿਆਸ ਦੇ ਨਾਲ ਆਪੇ ਹੱਥ ਖੜੇ ਕਰਕੇ ਬਾਹਰ ਆ ਜਾਂਦੇ। ਗੱਲ ਤਾਂ ਇੱਧਰ ਵੀ ਕੀਤੀ ਜਾ ਰਹੀ ਹੈ। ਜੇ ਉਹਨਾਂ ਦੀ ਮਤਲਬ ਇੱਕ ਦੇ ਗੋਲੀ ਲੱਗੀ ਹੁੰਦੀ, ਆਪੇ ਉਹ ਮਤਲਬ ਕਿਸੇ ਤਰੀਕੇ ਦੇ ਨਾਲ ਅਥਰੂ ਗੈਸ ਛੱਡੀ ਜਾ ਸਕਦੀ ਸੀ। ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਜੀ, ਉਠਾਉਣ ਵਾਸਤੇ ਤਾਂ ਬੜਾ ਕੁਝ ਸਵਾਲ ਉਠਾਇਆ ਜਾ ਸਕਦਾ ਨੇ। ਬੁਲਟ ਪ੍ਰੂਫ ਟਰੈਕਟਰ ਕਿੱਥੇ ਗਏ, ਉਹਨਾਂ ਦੇ ਰਾਹੀਂ ਗੈਸ ਛੱਡੀ ਜਾ ਸਕਦੀ ਸੀ, ਉਹਨਾਂ ਨੂੰ ਬੇਹੋਸ਼ ਕੀਤਾ ਜਾ ਸਕਦਾ ਸੀ। ਅੰਦਰ ਕਿੰਨੇ ਜਾਣੇ ਸੀਗੇ, ਕਿੰਨੇ ਨਹੀਂ ਸੀਗੇ, ਇਹ ਸਾਰਾ ਕੁਝ ਸਾਹਮਣੇ ਆ ਗਿਆ। ਹੁਣ ਸਵਾਲ ਤਾਂ ਸਾਰਾ ਹੀ ਉੱਠ ਰਿਹਾ, ਪਰ ਕਹਿ ਰਿਹਾ ਨਹੀਂ ਵੇ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦੇ ਕਹਿਣ ਦੇ ਨਾਲ ਕਿ ਜੇ ਇਹਦੇ ਨਾਲ ਉਹਨਾਂ ਨੂੰ ਰਾਹਤ ਮਿਲੀ ਹੈ, ਪਈ ਉਹਨਾਂ ਦਾ ਆਪਣਾ ਬਿਆਨ ਹੈ, ਪਰ ਇਹਦੇ ਨਾਲ ਸ਼ਾਂਤੀ ਆ ਜਾਵੇਗੀ, ਇਸ ਚੀਜ਼ ਦੀ ਕੀ ਗਰੰਟੀ ਹੈ ਬਾਪੂ ਬਲਕੌਰ ਸਿੰਘ ਉਹਨਾਂ ਦੇ ਕੋਲ ਕਿ 2 ਜਿਹੜੇ ਮਾਰੇ ਗਏ ਨੇ ਗੈਂਗਸਟਰ ਜਿਨ੍ਹਾਂ ਦਾ ਨਾਂ ਜੁੜਦਾ ਸ਼ੱਕੀ ਨੇ, ਕਿ ਜੇ ਵਾਕਿਆ ਹੀ ਉਹਨਾਂ ਦੇ ਹੁਣ ਬੰਦਿਆਂ ਨੇ ਇਹਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤੇ ਕਿੱਥੇ ਸ਼ਾਂਤੀ ਆ ਜੂਗੀ? ਨਹੀਂ, ਸ਼ਾਂਤੀ ਦਾ ਕਿਤੇ ਸ਼ਾਂਤੀ ਤਾਂ ਜਿਹੜੇ ਕਿਸੇ ਜੋ ਆਪਣਾ ਹੈਗਾ, ਜਿਹੜਾ ਬੰਦਾ ਸ਼ਾਂਤੀ ਰੱਖਦਾ ਆਪਣੇ ਸ਼ਾਂਤੀ ਅੰਦਰੋਂ ਮਿਲਦੀ ਹੁੰਦੀ ਹੈ, ਨਾ ਕਿ ਬਾਹਰੋਂ ਮਿਲਦੀ ਹੁੰਦੀ ਹੈ। ਚਲੋ ਉਹ ਇੱਕ ਉਹਦਾ ਬਾਪ ਹੈਗਾ, ਉਹਦਾ ਪੁੱਤ ਮਰ ਗਿਆ ਤੇ ਅਜੇ ਤੱਕ ਮਨਿੰਦਰਜੀਤ ਸਿੰਘ ਬਿੱਟਾ ਨੂੰ ਅੱਜ ਤੱਕ ਸ਼ਾਂਤੀ ਨਹੀਂ ਆਈ। ਅੱਜ ਵੀ ਉਹ ਦਵਿੰਦਰਪਾਲ ਸਿੰਘ ਭੁੱਲਰ ਨਾਲ ਉਸ ਤਰ੍ਹਾਂ ਦਾ ਰਵੱਈਆ ਰੱਖਦਾ ਹੈ ਜਿੱਦਾਂ ਕਿ ਉਹਦਾ ਦੁਸ਼ਮਣ ਹੁੰਦਾ। ਅੱਜ ਵੀ
ਜਿਹੜਾ ਬਿੱਟੂ ਅਰਵਿੰਦ ਬਿੱਟੂ ਨੂੰ ਸ਼ਾਂਤੀ ਨਹੀਂ ਆਈ, ਅੱਜ ਵੀ ਉਹ ਬੇਅੰਤ ਸਿੰਘ ਦੇ ਕਾਤਲਾਂ ਨੂੰ ਚਾਹੁੰਦਾ ਕਿ ਉਹ ਬਾਹਰ ਨਾ ਆਉਣ। ਸ਼ਾਂਤੀ ਕਦੋਂ ਕਿੱਥੇ ਕਿਵੇਂ ਆਉਂਦੀ ਆ, ਉਹ ਤਾਂ ਸ਼ਾਂਤੀ ਦੀ ਗੱਲ ਹੈਗੀ ਆ, ਪਰ ਜਿਸ ਦਾ ਪੁੱਤ ਮਰ ਜਾਂਦਾ ਤੇ ਉਹਨੂੰ ਸ਼ਾਂਤੀ ਤੇ ਮਾੜੀ ਜੀ ਹੁੰਦਾ ਕਿ ਬੰਦਾ ਹੋ ਗਿਆ ਤੇ ਉਹ ਸ਼ਾਂਤੀ ਆਉਂਦੀ ਆ। ਪੰਜਾਬ ਦੇ ਵਿੱਚ ਸ਼ਾਂਤੀ ਹੈਗੀ ਆ ਕੀ ਇਹਨਾਂ ਦੋਨਾਂ ਨੌਜਵਾਨਾਂ ਦੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਆ ਜਾਵੇਗੀ? ਹੁਣ ਇੱਕ ਇਹਨਾਂ ਦੇ ਵਿੱਚੋਂ ਇਹੋ ਜਿਹਾ ਵੀ ਆ ਜਿਹਦੀ ਹਿਸਟਰੀ ਪੜ੍ਹੋ ਕਿ ਉਹਦੇ ਕੋਲੋਂ ਉਹਨੂੰ ਮਾਰਨ ਆਏ ਸੀ, ਉਹਦੇ ਹੱਥ ਦੇ ਵਿੱਚ ਜਿਹੜਾ ਸੀ ਨਲਕੇ ਦੀ ਆ ਗਈ ਹੱਥੀ ਤੇ ਉਹਦੇ ਕੋਲੋਂ ਬੰਦਾ ਮਾਰਿਆ ਗਿਆ। ਅੰਦਰ ਉਹਨੂੰ ਜਿਵੇਂ ਜਲੀਲ ਕੀਤਾ ਗਿਆ, ਕੁੱਟਿਆ ਗਿਆ ਜਿਸ ਸੁਧਾਰ ਘਰ ਦੇ ਵਿੱਚ, ਉਹਨੂੰ ਸ਼ੱਕ ਹੈ ਕਿ ਇੱਕ ਗਰੁੱਪ ਨੇ ਮੇਰੇ ਨਾਲ ਇਹ ਵਾਧੀ ਕੀ ਕੀਤੀ ਹੈ ਤੇ ਮੇਰੀ ਵੀਡੀਓ ਵੀ ਬਣਾਈ ਹੈ। ਉਹ ਵੀਡੀਓ ਕਹਿੰਦੇ ਬੜੀ ਭੈੜੀ ਹੈ। ਸੋ ਜੇ ਹੁਣ ਇੱਕ ਪਾਸੇ ਪੰਜਾਬ ਸਰਕਾਰ ਬਹੁਤ ਚੰਗਾ ਸਟੈਪ ਹੈ ਕਿ ਜਿੰਨੇ ਵੀ ਗੈਂਗਸਟਰ ਨੇ ਉਹ ਸਰੈਂਡਰ ਕਰ ਦਿਓ ਆਮ ਜ਼ਿੰਦਗੀ ਜੀਣ ਵਾਸਤੇ, ਜੇ ਸਰੈਂਡਰ ਕਰਾ ਕੇ ਉਹਨਾਂ ਦੇ ਕੋਲੋਂ ਅੰਦਰ ਉਹਨਾਂ ਨੂੰ ਉਸੇ ਤਰ੍ਹਾਂ ਹੀ ਫੇਰ ਜਲੀਲ ਕੀਤਾ ਜਾਵੇਗਾ, ਕਿਤੇ ਨਾ ਕਿਤੇ ਉਹ ਜ਼ਮਾਨਤਾਂ ਦੇ ਫੇਰ ਬਾਹਰ ਆਉਣਗੇ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਸ਼ਾਂਤੀ? ਇਹ ਵੀ ਗਰੰਟੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਵੱਖ-ਵੱਖ ਅਜਿਹੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇਗਾ ਜਿੱਥੇ ਤੁਸੀਂ ਆਪਣੇ ਕੀਤੇ ਦੀ ਸਜ਼ਾ ਭੁਗਤੋਗੇ, ਤੁਹਾਡੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ। ਚਲੋ ਹੁਣ ਕਹਾਣੀਆਂ ਬੜੀਆਂ ਨੇ, ਗੱਲਾਂ ਬੜੀਆਂ ਉੱਠ ਰਹੀਆਂ ਨੇ, ਲੋਕ ਤਾਂ ਇਹ ਵੀ ਕਹਿ ਰਹੇ ਨੇ, ਸਾਡੇ ਵੀ ਸਰੋਤੇ ਕਹਿ ਕੇ ਗਏ ਨੇ ਕਿ ਇੱਕਨਾਂ ਨੂੰ ਤੁਸੀਂ ਇੰਨੀ ਸਿਕਿਉਰਿਟੀ ਦੇ ਰਹੇ ਹੋ ਤੇ ਇੱਕਨਾਂ ਨੂੰ ਗੋਲੀਆਂ ਦਾਗ ਰਹੇ ਹੋ। ਇਹ ਕਿੱਥੋਂ ਦੀ ਗੱਲ ਹੈ ਕਿ ਕਈ ਰਾਜ ਦਫਨ ਹੋ ਗਏ ਨੇ ਉਹਨਾਂ ਦੇ ਨਾਲ, ਉਹਨਾਂ ਦੋਨਾਂ ਜਾਣਿਆਂ ਦੇ ਮਾਰੇ ਦੇ ਨਾਲ। ਗੁਰਪ੍ਰੀਤ ਸਿੰਘ ਸਾਰੇ ਆਪਣੇ ਸਵਾਲ ਚਵਲਾ ਸਾਹਿਬ, ਇਹਨਾਂ ਸਵਾਲਾਂ ਨੂੰ ਦੇਖੋ, ਸਵਾਲ ਤਾਂ ਹਰ ਇੱਕ ਬੰਦੇ ਦੇ ਨਾਲ ਕਿ ਪਹਿਲਾਂ ਕਿਹਾ ਫਰਜ਼ ਬਣਦਾ। ਮੈਂ ਕਿਹਾ ਜੇ ਰਾਵਣ ਨਾ ਹੁੰਦਾ ਰਾਵਣ ਲਿਖ ਜਾਂਦੀ, ਇਹ ਮੈਂ ਪਹਿਲਾਂ ਗੱਲ ਕਰ ਚੁੱਕਿਆ। ਸੋਚਣਾ ਭਗਵੰਤ ਮਾਨ ਸੀਐਮ ਭਗਵੰਤ ਮਾਨ ਕਹਿੰਦੇ ਕਿ ਅਸੀਂ ਗੈਂਗਸਟਰ ਏਦਾਂ ਹੀ ਮਾਰਾਂਗੇ। ਹਾਂ, ਉਸ ਦਾ ਇਹ ਜਿਹੜਾ ਬਿਆਨ ਆ ਨਾ ਜੀ ਵੀ ਗੈਂਗਸਟਰ ਏਦਾਂ ਹੀ ਮਾਰਾਂਗੇ, ਸੰਦਰਭ ਉਹਦਾ ਹੈਗਾ ਵੀ ਇੱਕ ਨਸ਼ੇ ਤਸਕਰ ਅਤੇ ਗੈਂਗਸਟਰ। ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਕਰ ਰੱਖਿਆ ਪੰਜਾਬ ਦਾ, ਵੀ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ, ਏਦਾਂ ਹੀ ਹੋਵੇਗਾ ਉਹਨਾਂ ਦਾ ਕੰਮ। ਭਗਵੰਤ ਮਾਨ ਨੇ ਗੱਲ, ਇੱਕ ਮੁੱਖ ਮੰਤਰੀ ਵੱਲੋਂ ਇਹ ਗੱਲ ਆਖੀ ਜਾਣੀ। ਵੈਸੇ ਤਾਂ ਭਗਵੰਤ ਮਾਨ ਕੱਲ ਦਿੱਲੀ ਹਸਪਤਾਲ ਵਿੱਚ ਭਰਤੀ ਸੀਗੇ, ਥੋੜੇ ਬਿਮਾਰ ਹੋ ਗਏ ਸੀਗੇ, ਤੇ ਉਹਨਾਂ ਦਾ ਫਿਰ ਵੀ ਟਵੀਟ ਆਇਆ ਤੇ ਉਹਨਾਂ ਦਾ ਬੇਸ਼ੱਕ ਪੰਜਾਬ 'ਚ ਇਲਾਜ ਨਹੀਂ ਉਹ ਕਰਾਇਆ, ਉਹਨਾਂ ਨੇ ਦਿੱਲੀ ਗਏ ਨੇ। ਸ਼ਾਇਦ ਦਿੱਲੀ ਵਧੀਆ ਹਸਪਤਾਲ ਬਣਾਇਆ ਤਾਂ ਕੇਜਰੀਵਾਲ ਸਾਹਿਬ ਨੇ। ਦਿੱਲੀ ਹੀ ਉੱਥੇ ਸਫਦਰਜੰਗ ਇੱਕ ਹਸਪਤਾਲ ਹੈਗਾ, ਉੱਥੇ ਇੱਕ ਮਹਿਲਾ ਜਿਹੜੀ ਸੀਗੀ ਗਰਭਵਤੀ ਸੀਗੀ, ਉਹਦਾ ਬੱਚਾ ਹੋਣ ਵਾਲਾ ਸੀਗਾ, ਤੇ ਉਹ ਮਿੰਟਾਂ ਤਰਲੇ ਕਰਦੀ ਰਹੀ ਕਿ ਮੈਨੂੰ ਮੇਰਾ ਬੱਚਾ ਹੋਣ ਵਾਲਾ, ਤੇ ਮੈਂ ਉਹਦੀ ਉਹ ਪ੍ਰਸੂਤ ਪੀੜਾ ਜਿਹੜੀ ਹੁੰਦੀ ਆ ਉਹ ਭੈਣ ਦੇ ਹੋ ਰਹੀ ਸੀਗੀ, ਤੇ ਉਹਨੂੰ ਭਰਤੀ ਨਹੀਂ ਕੀਤਾ ਗਿਆ ਹਸਪਤਾਲ ਦੇ ਵਿੱਚ। ਤੇ ਆਖਰ ਸੜਕ ਦੇ ਉੱਪਰ ਹੀ ਉੱਥੇ ਬੀਬੀਆਂ ਆ ਗਈਆਂ, ਸਾੜੀਆਂ ਦਾ ਪਰਦਾ ਕਰਕੇ ਉਸ ਗਰਭਵਤੀ ਮਹਿਲਾ ਦਾ ਬੱਚੇ ਦਾ ਜਨਮ ਹੋਇਆ ਉੱਥੇ। ਇਹ ਵੀ ਦਿੱਲੀ ਦੀ ਕਹਾਣੀ ਆ, ਤੇ ਉੱਥੇ ਹੀ ਇਲਾਜ ਕਰਾਉਣ ਵਾਸਤੇ ਗਏ ਨੇ ਭਗਵੰਤ ਮਾਨ ਜੀ। ਭਗਵੰਤ ਮਾਨ ਨੇ ਆਖਿਆ ਕਿ ਗੈਂਗਸਟਰਾਂ ਨੂੰ ਏਦਾਂ ਹੀ ਮਾਰਾਂਗੇ, ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਨੂੰ ਅਸੀਂ ਏਦਾਂ ਹੀ ਮਾਰਾਂਗੇ। ਚਾਵਲਾ 9058131320 ਇਹਦਾ ਮਤਲਬ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਜੇ ਇੱਕ ਗੈਂਗਸਟਰ ਮਾਂ ਦੀ ਕੁੱਖੋਂ ਤਾਂ ਪੈਦਾ ਨਹੀਂ ਹੋਇਆ, ਨਾ ਉਹ ਮਾਂ ਦੀ ਕੁੱਖੋਂ ਕਰਮ ਕਰਦਾ ਹੀ ਪੈਦਾ ਹੋਇਆ, ਜੇ ਉਹਨੂੰ ਕਿਸੇ ਨੇ ਪੁੱਠੇ ਰਾਹ ਤੋਰ ਦਿੱਤਾ ਬਜਾਏ ਇਸ ਦੇ ਕਿ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਤੇ ਐਵੇਂ ਮਾਰਨਾ, ਬੜਾ ਵੱਡਾ ਫਰਕ ਹੈ। ਹਾਂਜੀ ਚਾਵਲਾ ਸਾਹਿਬ, ਇੱਕ ਗੱਲ ਨੂੰ ਦੱਸਾਂ, ਇੱਕ ਬੜੀ ਇੰਟਰਸਟਿੰਗ ਗੱਲ ਹੈਗੀ ਆ। ਜਿਹੜੇ ਬੰਦੇ ਕਾਰਤੂਸ ਬਣਦੇ ਆ ਨਾ, ਕਾਰਤੂਸ ਸਮਝਦੇ ਹੋ ਤੁਸੀਂ, ਬਹੁਤ ਸਿਆਣੇ ਪੱਤਰਕਾਰ ਹੈਗੇ ਹੋ, ਜੋ ਕਾਰਤੂਸ ਬਣਦੇ ਆ ਨਾ ਜੀ, ਕਾਰਤੂਸ ਵੀ ਨਹੀਂ ਰਹਿੰਦਾ, ਫਿਰ ਉਹ ਵੀ ਖਤਮ ਹੋ ਜਾਂਦਾ ਹੈ ਜੀ। ਬਿਲਕੁਲ, ਜੇ ਕਿਸੇ ਦੇ ਕਹਿਣ ਤੇ ਆਪਾਂ ਕਾਰਤੂਸ ਬਣੇ ਕਿਸੇ ਨੂੰ ਮਾਰਾਂਗੇ ਨਾ ਜੀ, ਤਾਂ ਖਤਮ ਕਾਰਤੂਸ ਵੀ ਹੁੰਦਾ। ਬਿਲਕੁਲ, ਕਾਰਤੂਸ ਹੁੰਦਾ ਨਾ, ਉਹਦਾ ਕੋਈ ਦੁੱਖ ਨਹੀਂ ਹੁੰਦਾ ਹੈਗਾ। ਬੜੀ ਮਾਰਫਤ ਦੀ ਗੱਲ ਤੁਸੀਂ ਕਹੀ ਆ, ਇਹ ਸਮਝਣ ਵਾਲਿਆਂ ਨੂੰ ਸਮਝੋਗੇ। ਅੰਕਿਤ ਸਿਰਸਾ ਨੇ ਖੋਲੇ ਰਾਜ, ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਸਾਨੂੰ ਕੰਮ ਦੇ ਰੁਪਈਏ ਨਹੀਂ ਦਿੱਤੇ, ਪਰ ਇਹਨਾਂ ਦੇ ਕਹਿੰਦੇ ਆ ਸੁਣ ਤੇ ਆਇਆ ਵੀ ਇਹਨਾਂ ਦੇ ਕੰਮ ਦੇ ਵਿੱਚ ਐਵੇਂ ਨਹੀਂ ਹੁੰਦਾ, ਇਹਨਾਂ ਦੇ ਕੰਮ ਦੇ ਵਿੱਚ ਬੜੀ ਇਮਾਨਦਾਰੀ ਹੈ। ਪਰ ਕਿਉਂ ਨਹੀਂ ਦਿੱਤੇ ਇਹ ਤਾਂ ਬਈ ਹੁਣ ਗੋਲਡੀ ਬਰਾੜ ਕਿਤੇ ਫੇਰ ਆਪਣੀ ਵੀਡੀਓ ਪਾਊਗਾ, ਦੱਸ ਦਊਗਾ, ਜਾਂ ਫਿਰ ਆਪਣੇ ਚਹੇਤੇ ਕਿਸੇ ਪੱਤਰਕਾਰ ਦੇ ਨਾਲ ਇੰਟਰਵਿਊ ਕਰ ਲੂਗਾ। ਬਟ ਆਓ ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਚਾਵਲਾ ਸਾਹਿਬ, ਤੁਹਾਨੂੰ ਤੇ ਅਕੀਦਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਤੁਸੀਂ ਜਿਹੜਾ ਸਵਾਲ ਉਠਾ ਰਹੇ ਆ ਇਹ ਬਹੁਤ ਵਾਜਬ ਸਵਾਲ ਨੇ, ਪਰ ਮੈਂ ਮਹਿਸੂਸ ਕਰਦਾ ਵੀ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਬਹੁਤ ਸਮਾਂ ਪਹਿਲਾਂ ਉਠਾਉਣੇ ਚਾਹੀਦੇ ਸਨ। ਜੇ ਆਖਿਰਕਾਰ ਜਿਹੜਾ ਵੀ ਕੋਈ ਚਾਹੇ ਕ੍ਰਿਮੀਨਲ ਆ, ਜੇ ਵੀ ਹੈ, ਉਹ ਉਸ ਸੁਸਾਇਟੀ ਦਾ ਹੀ ਮੈਂਬਰ ਆ, ਉਸ ਸੁਸਾਇਟੀ ਦੀ ਪੈਦਾਵਾਰ ਆ। ਆਪਣੇ ਵੀ ਇੱਥੇ ਟਰੱਕ ਡਰਾਈਵਰ ਸੀਗਾ ਜਿਹੜਾ ਜਸਕੀਰਤ ਸਿੱਧੂ, ਜਿਹਦੇ ਕੋਲ ਐਕਸੀਡੈਂਟ ਹੋ ਕੇ ਉਹ ਆਪਣੀ ਹਾਕੀ ਦੀ ਟੀਮ ਦੇ ਬੱਚੇ ਜਿਹੜੇ ਸੀ, ਸਾਰੀ ਟੀਮ ਜਿਹੜੀ ਸੀ ਬੱਚੇ ਮਰ, ਬੜਾ ਹੀ ਭਾਰੀ ਕਹਿੰਦਾ ਮਰ ਦੁਖਦਾਈ ਕਾਂਡ ਵਾਪਰਿਆ ਸੀ। ਅੱਛਾ, ਉਹ ਤੁਹਾਨੂੰ ਪਤਾ, ਮੈਂ ਗੱਲ ਕਰਦਾ ਲੋਕਾਂ ਦੀ ਸੰਵੇਦਨਾ ਦੀ। ਅਕੀਦਾ ਸਾਹਿਬ, ਉਹ ਜਿਨ੍ਹਾਂ ਦੇ ਬੱਚੇ ਮਰੇ ਸਨ ਉਹਨਾਂ ਦੇ ਵਿੱਚੋਂ ਪੇਰੈਂਟਸ ਨੇ ਕੁਛ ਨੇ ਇਹ ਕਿਹਾ ਵੀ ਸਾਨੂੰ ਉਹ ਜਿਹੜਾ ਡਰਾਈਵਰ ਆ
ਸਾਨੂੰ ਉਹਦੀ ਸਿਹਤ ਦੀ ਵੀ ਚਿੰਤਾ ਆ ਵੀ ਉਹ ਕਿੰਨੇ ਮਾਨਸਿਕ ਇਸ ਵਕਤ ਸ਼ੌਕ ਦੇ ਵਿੱਚ ਹੋਏਗਾ। ਬਿਲਕੁਲ। ਅੱਛਾ, ਉਹਨੂੰ ਹੁਣ ਕੱਲ ਡੇ ਪ੍ਰੋਲ ਵੀ ਕਹਿੰਦਾ ਮਤਲਬ ਉਹਨੂੰ, ਅੱਛਾ ਮੇਰਾ ਕਹਿਣ ਤੋਂ ਮਤਲਬ ਵੀ ਉਹ ਚੀਜ਼, ਇਹ ਚੀਜ਼ਾਂ ਵੀ ਜਿਹੜਾ ਬੰਦਾ ਠੀਕ ਉਹਨੂੰ ਕ੍ਰਾਈਮ ਦੀ ਸਜ਼ਾ ਜਿੰਨੀ ਕਾਨੂੰਨ ਮੁਤਾਬਕ ਮਿਲੀ ਉਹ ਮਿਲੀ, ਪਰ ਇਹਦਾ ਮਤਲਬ ਇਹ ਨਹੀਂ ਹੈ ਬਈ ਐਵੇਂ ਹੀ ਅਸੀਂ ਕੋਈ ਗੱਲਾਂ ਕਹੀ ਜੇ ਵੀ ਇਹਨੂੰ ਮਾਰ ਦਿਓ, ਇਹ ਮੈਂਟੈਲਿਟੀ ਠੀਕ ਨਹੀਂ ਹੈ। ਇਹ ਜੀ ਸਭ ਤੋਂ ਅੰਗਰੇਜ਼ਾਂ ਦਾ ਤੁਸੀਂ ਲਾ ਲਓ, ਅੰਗਰੇਜ਼ਾਂ ਨੇ ਕੋਈ ਗਦਰੀ ਕੋਈ ਬੱਬਰ ਮੁਕਾਬਲੇ ਚ ਨਹੀਂ ਮਾਰੇ, ਫਾਂਸੀ ਲਾ ਕੇ ਕਾਨੂੰਨ ਦੇ ਦਾਇਰੇ ਚ ਲਿਆ ਕੇ ਮਾਰੇ। ਇਹਨਾਂ ਨੇ ਬਾਬਾ ਬੂਝਾ ਸਿੰਘ 28 ਜੁਲਾਈ 1970 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਹ ਹੀ ਗਦਰੀ ਬਾਬਾ ਬੂਝਾ ਸਿੰਘ ਇਹਨਾਂ ਨੇ ਝੂਠੇ ਮੁਕਾਬਲੇ ਚ ਮਾਰ ਦਿੱਤਾ। ਉਦੋਂ ਬਾਅਦ ਹੀ ਅਗਲਾ ਮੁਕਾਬਲਾ ਜਿਹੜਾ ਹੁੰਦਾ ਉਹ ਆਪਣੇ ਸਿਮਰਜੀਤ ਸਿੰਘ ਮਾਨ, ਇਹਨਾਂ ਨੇ ਜੋ ਕੁਛ ਕੀਤਾ ਉੱਥੇ ਕਾਰਨਾਮਾ ਸਭ ਨੂੰ ਪਤਾ, ਡਿਟੇਲ ਚ ਜਾਣ ਦੀ ਲੋੜ ਨਹੀਂ ਹੈ, ਦੱਸ ਚੁੱਕੇ ਅਸੀਂ ਸਾਰਾ। ਹਾਂਜੀ ਪੂਰਾ। ਹਾਂਜੀ ਪਲੀਜ਼ ਮੈਂ ਗੱਲ ਖਤਮ ਕਰ ਰਿਹਾ ਜੀ। ਮੇਰਾ ਕਹਿਣ ਦਾ ਮਤਲਬ ਕਿ ਪੈਟਰਨ ਆ, ਤਾਂ ਉਸ ਤੋਂ ਬਾਅਦ ਜੇਕਰ ਇਹਨਾਂ ਲੋਕਾਂ ਨੂੰ ਉਸ ਤੋਂ ਬਾਅਦ 11 ਜੂਨ 1983 ਨੂੰ ਜਿਹੜਾ ਉਹ ਪਿੰਡ ਵੱਲਾ ਦੇ ਵਿੱਚ ਇੱਕ ਉਹ ਪਿੰਡਾਂ ਵਾਲੇ ਸੰਤਾਂ ਦਾ ਮਿਸਟਰ ਨਾਗੋ ਕੇ ਮੈਨੂੰ ਉਹਦਾ ਪਹਿਲਾ ਨਾਂ ਭੁੱਲ ਗਿਆ। ਅੱਛਾ, ਉਹਨਾਂ ਨੂੰ ਹਾਂਜੀ ਉਹਨਾਂ ਨੂੰ ਕਹਿਣ ਤੋਂ ਮੇਰਾ ਮਤਲਬ ਵੀ ਪੰਜਾਬ ਦੇ ਲੋਕਾਂ ਦੇ ਕੋਲ ਵੱਖ-ਵੱਖ ਕਿਸਾਨ ਦੇ ਉੱਪਰ ਮੁੱਦੇ ਆਉਂਦੇ ਰਹੇ ਆ। ਉਹਨਾਂ ਨੇ ਕਿਸੇ ਨੇ ਇਹ ਗੱਲ ਨਹੀਂ ਕਿਹਾ ਵੀ ਬੰਦਾ ਦੋਸ਼ੀ ਹੋਏਗਾ, 100 ਵੀ ਨਹੀਂ ਦੋਸ਼ੀ ਹੋਏਗਾ, ਉਹਨੂੰ ਕਾਨੂੰਨ ਦੇ ਟਕਟਾਰ ਚ ਲਿਆ ਕੇ ਉਹਨੂੰ ਭਾਵੇਂ ਫਾਂਸੀ ਦੇ ਦਿਓ। ਜੇਕਰ ਲੋਕਾਂ ਨੇ ਇਹ ਗੱਲ ਨਹੀਂ ਉਠਾਉਣੀ, ਭਗਵੰਤ ਮਾਨ ਦੀ ਜਿਹੜੀ ਜੀ ਹੁਣ ਉਹਨੇ ਗੱਲ ਕਹੀ ਆ, ਮੈਂ ਇਹਨੂੰ ਬੜੀ ਖਤਰਨਾਕ ਸਮਝਦਾ। ਇਹਦਾ ਮਤਲਬ ਵੀ ਇਹ ਇੱਕ ਜਿੱਦਾਂ ਮੈਂ 3-4 ਤੁਹਾਨੂੰ ਦ੍ਰਿਸ਼ਟਾਂਤ ਦਿੱਤੇ ਹੈਗੇ, ਉਹ ਸ਼ੁਰੂਆਤ ਸੀਗੀ। ਬਿਲਕੁਲ ਸ਼ੁਰੂਆਤ ਨਾਗੋਕੇ ਸਾਹਿਬ ਦੀ ਜਿਹੜੀ ਗੱਲ ਕੀਤੀ, ਆਈ ਥਿੰਕ ਗੁਰਮੁਖ ਸਿੰਘ ਨਾਗੋਕੇ ਸੀ ਜਾਂ ਗੁਰਮੁਖ ਸਿੰਘ ਨਾਗੋ ਕਿ ਨਹੀਂ ਸੀ ਜੀ, ਉਹ ਮੈਨੂੰ ਕੁਲਵੰਤ ਸਿੰਘ ਪਹਿਲਾ ਜਿਸ ਤਰੀਕੇ ਦੇ ਨਾਲ ਉਹਨੂੰ ਤਸੀਹੇ ਦਿੱਤੇ ਗਏ, ਜਿਸ ਤਰੀਕੇ ਨਾਲ ਬੁੱਚੜਗਿਰਦੀ ਉਹਦੇ ਨਾਲ ਹੋਈ ਉਸ ਵਕਤ, ਜੋ ਲਹਿਰ ਕੀਤਾ ਸਾਹਿਬ ਤੁਹਾਨੂੰ ਯਾਦ ਹੋਊਗਾ। ਹਾਂਜੀ ਅੱਛਾ, ਹੁਣ ਗੱਲ ਇਹ ਆ, ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਪਿੱਛੇ ਦਾ ਪੈਟਰਨ ਆ। ਜੇ ਲੋਕਾਂ ਨੇ ਉਸ ਸਮੇਂ ਦੇ ਉੱਤੇ ਜਿਹੜੀ ਪੁਲਿਸ ਜਿਹੜੀ ਆ, ਮੈਂ ਮੈਂਸ਼ਨ ਕਰ ਸਕਾਂ ਵੀ ਅੰਗਰੇਜ਼ਾਂ ਨੇ ਜਿਹਨਾਂ ਨੂੰ ਨਹੀਂ ਪੁਲਿਸ ਮੁਕਾਬਲਿਆਂ 'ਚ ਮਾਰਿਆ, ਉਹਨਾਂ ਨੂੰ ਇਹ ਸਾਡੀ ਜਿਹੜੀ ਆਜ਼ਾਦ ਮੁਲਕ ਦੀ ਪੁਲਿਸ ਜਿਹੜੀ ਆ ਉਹ ਏਦਾਂ ਕਰ ਰਹੀ ਆ। ਤੇ ਤੁਹਾਡਾ ਜਿਹੜਾ ਸਵਾਲ ਪੁੱਛਣਾ, ਲੋਕਾਂ ਦਾ ਸਵਾਲ ਪੁੱਛਣਾ ਇਹ ਬਣਦਾ। ਮੈਂ ਸਮਝਦਾ ਵੀ ਇਹਨਾਂ ਸਵਾਲਾਂ ਨੂੰ ਹੋਰ ਗੰਭੀਰਤਾ ਦੇ ਨਾਲ ਹੋਣਾ ਚਾਹੀਦਾ। ਔਰ ਮੈਂ ਸਮਝਦਾ ਵੀ ਹੁਣ ਉੱਥੇ ਕੋਈ ਵੀ ਇਲੈਕਸ਼ਨ ਹੋਵੇ, ਉੱਥੇ ਮੁੱਦਾ ਹੀ ਪੰਜਾਬ ਆਪਣੇ ਪੁਲਿਸ ਸੁਧਾਰਾਂ ਦਾ ਹੋਣਾ ਚਾਹੀਦਾ। ਬਿਲਕੁਲ ਜੀ, ਮਿਹਰਬਾਨੀ, ਬਹੁਤ ਧੰਨਵਾਦ। ਸੋ ਇਹਦਾ ਮਤਲਬ ਹੈ ਕਿ ਪੁਲਿਸ ਨੂੰ ਸ਼ਹਿ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਬਿਲਕੁਲ ਯੂਪੀ ਦੀ ਤਰਜ਼ ਦੇ ਉੱਤੇ, ਕਿ ਅਸੀਂ ਐਵੇਂ ਹੀ ਗੈਂਗਸਟਰ ਖਤਮ ਕਰਾਂਗੇ। ਗੈਂਗਸਟਰ ਮਾਵਾਂ ਦੀ ਕੁੱਖੋਂ ਪੈਦਾ ਹੁੰਦੇ ਨੇ ਜਾਂ ਸਮਾਜ ਬਣਾਉਂਦਾ। ਗੈਂਗਸਟਰਾਂ ਦੀਆਂ ਇੰਟਰਵਿਊਆਂ ਵੀ ਭਗਵੰਤ ਮਾਨ CM ਪੰਜਾਬ ਨੂੰ ਸੁਣ ਲੈਣੀ ਚਾਹੀਦੀਆਂ ਕਿ ਸਾਨੂੰ ਯੂਜ਼ ਕੀਤਾ ਜਾਂਦਾ ਜਦੋਂ ਅਸੀਂ ਇੱਕ ਮੰਜ਼ਿਲ ਤੱਕ ਵੱਧ ਜਾਂਦੇ ਹਾਂ, ਸਾਨੂੰ ਫਿਰ ਕਿਵੇਂ ਮਤਲਬ ਜਿਹੜਾ ਹੈ ਉਹ ਇਸਤੇਮਾਲ ਕਰਨ ਤੋਂ ਬਾਅਦ ਸਾਨੂੰ ਫਸਾਇਆ ਜਾਂਦਾ। ਕੀਦਾ ਸਾਹਿਬ ਤੁਸੀਂ ਸੁਣੀਆਂ ਹੋਣੀਆਂ ਇੰਟਰਵਿਊ। ਹਾਂਜੀ, ਇਹ ਖਲਾਰਾ ਪਊਗਾ ਭਗਵੰਤ ਮਾਨ ਜੀ ਦੇ ਇਸ ਬਿਆਨ ਦੇ ਉੱਤੇ। ਆਪਾਂ ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਪੁੱਛਣਾ ਸੀ ਵੀ ਦੇਖੋ, ਇੱਕ ਤਾਂ ਆਪਾਂ ਉਹਨਾਂ ਨੂੰ ਇਹ ਸਾਰੇ ਹੀ ਕਹੀ ਜਾਂਦੇ ਨੇ ਸ਼ੂਟਰ ਹਨਾ, ਤੇ ਸ਼ੂਟਰ ਇੱਕ ਵੀ ਪੁਲਿਸ ਵਾਲੇ ਦੇ ਸ਼ਰਲਾ ਨਹੀਂ ਮਾਰ ਸਕੇ ਕਿਸੇ ਦੇ। ਨਹੀਂ, ਜ਼ਖਮੀ ਹੋਏ ਆ ਪੁਲਿਸ ਵਾਲੇ ਉਹ ਕਾਦੇ ਜੀ ਜ਼ਖਮੀ। ਚਲੋ ਆਪਾਂ ਖਬਰ ਆਪਾਂ ਦੇ ਵੇਖੋ ਨਾ, ਨਹੀਂ ਮੈਂ ਮੰਨਦਾ, ਮੈਂ ਨਹੀਂ ਚੱਲ ਸਕਦਾ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਤਾਂ ਉਦਾਂ ਕਹਿ ਰਿਹਾ ਵੀ ਯਾਰ ਉਹ ਬੰਦੇ ਮਰ ਗਏ, ਸ਼ੂਟਰ ਨੇ। ਸਾਨੂੰ ਸ਼ੂਟਰ ਕਿਤੋਂ ਸਿਖਲਾਈ ਲੈ ਕੇ ਸ਼ੂਟਰ ਬਣਿਆ ਹੋਣਾ, ਉਹ ਤਾਂ ਤਾਲੂਏ ਚ ਮਾਰਦੇ ਗੋਲੀ, ਮਤਲਬ ਵਿਚਾਲੇ ਸਿਰ ਤੇ ਜੇ ਕਿਤੇ ਸ਼ੂਟਰ ਹੁੰਦੇ, ਉਹਨਾਂ ਤੇ ਆਲੇ ਦੁਆਲੇ ਲੱਗੀਆਂ ਨੇ। ਉਹ ਇੱਕ ਚਲੋ ਪੱਤਰਕਾਰ ਵੀ ਜ਼ਖਮੀ ਹੋ ਗਏ, ਉਹ ਵੀ ਪਤਾ ਨੀ ਕਹਾਣਾ ਇੱਕ ਰੇਡੀਓ ਸਟੇਸ਼ਨ ਵਾਲੇ ਦਾ ਕਹਿੰਦਾ ਮੱਝ ਨੇ ਪੈਰ ਰੱਖਤਾ ਕਿਤੇ, ਕਹਿੰਦਾ ਉਹਦੇ ਗੱਲ ਤਾਂ ਅਸੀਂ। ਇੱਕ ਦੂਜੀ ਗੱਲ ਜੀ, ਇੱਕ ਆਪਣੇ ਆਉਂਦੇ ਹੁੰਦੇ ਨੇ ਮਾਮੂ ਜੀ ਤੁਹਾਡੇ, ਉਹ ਆਮ ਆਦਮੀ ਪਾਰਟੀ ਵਾਲੇ, ਉਹਨਾਂ ਨੂੰ ਪੁੱਛੋ ਜੀ। ਉਹ ਕਹਿੰਦੇ ਮੈਂ ਪ੍ਰਭਾਵਿਤ ਹੋਇਆ ਸੀ ਬਹੁਤ ਵੀ ਕੇਜਰੀਵਾਲ ਸਾਹਿਬ ਨੇ ਐਂ ਕਰਤਾ ਉੱਥੇ ਹਸਪੀਟਲਾਂ ਦਾ ਹਾਲ ਦੇਖ ਲਓ। ਹੁਣ ਕੀਦਾ ਜੀ ਨੇ ਕਿਹੜੀ ਖਬਰ ਦੱਸੀ ਆ ਵੀ ਤੁਸੀਂ ਸਵਾਲ ਕਰ ਦਿੱਤਾ ਜੀ, ਮਾਮੂ ਜੀ ਹਾਜ਼ਰ ਹੋ ਜਾਣਗੇ। ਮਾਮੂ ਜੀ ਹਾਜ਼ਰ ਹੋ, ਦੱਸੋ ਉਹਨਾਂ ਨੂੰ ਪ੍ਰਭਾਵਿਤ ਕਿਹੜੀ ਚੀਜ਼ ਤੋਂ ਹੋਏ ਨੇ? ਉਹਦੀ ਹਾਸੀ ਤੋਂ, ਮਸ਼ਕਰੀ ਹਾਸੀ ਤੋਂ, ਜਾਂ ਕਾਹਤੋਂ ਹੋਏ ਨੇ ਹਾਜ਼ਰ? ਮਿਹਰਬਾਨੀ ਜੀ, ਥੈਂਕ ਯੂ ਜੀ। ਹਾਂਜੀ, ਕੀਦਾ ਸਾਹਿਬ ਨੇ ਬੜਾ ਅਹਿਮ ਸਵਾਲ ਦਿੱਤਾ ਕਿ ਇੱਕ ਪਾਸੇ CM ਪੰਜਾਬ, ਸ਼ੁਕਰ ਕਰੋ ਕਿ ਬਾਹਰ ਨਹੀਂ ਆਏ ਇਲਾਜ ਕਰਾਉਣ ਵਾਸਤੇ, ਕਿਸੇ ਜ਼ਿਆਦਾ ਇਨਫੈਕਸ਼ਨ ਹੀ ਵੱਧ ਗਈ। ਹਾਂਜੀ, ਔਰ ਵੈਸੇ ਵਿਆਹ ਸ਼ਾਦੀ ਤੋਂ ਬਾਅਦ ਜਦੋਂ ਵਿਆਹ ਵੇਖ ਕੇ ਆਈਏ ਤੇ ਉਹਦੇ ਵਿੱਚ ਤੁਹਾਨੂੰ ਪਤਾ ਕਿ ਪਿੰਡਾਂ ਦੇ ਹਲਵਾਈ ਥੋੜਾ ਬਹੁਤਾ ਵੱਧ ਕੁਝ ਘੱਟ ਮਸੂਲਾ ਖਾਧਾ ਜਾਵੇ ਤੇ ਹੋ ਹੀ ਜਾਂਦਾ। ਭਗਵੰਤ ਮਾਨ ਜੀ ਦਾ ਵੀ ਨਵਾਂ ਵਿਆਹ, ਬਥੇਰੀ ਮਹਿਮਾਨ ਨਵਾਜੀ ਹੋ ਰਹੀ ਹੈ, ਦਿਨੇ ਰਾਤ ਛੁੱਟੀਆਂ ਤੇ ਨਹੀਂ, ਸਿੱਧਾ ਹੀ ਵੈਸੇ ਵੀ ਦਿੱਲੀ ਚੱਕਰ ਲਾਉਣਾ ਹੀ ਹੁੰਦਾ ਮਹੀਨੇ ਪਿੱਛੋਂ।
ਮਹੀਨੇ ਪਿੱਛੇ ਨਹੀਂ, ਮਹੀਨੇ ਵਿੱਚ ਵੀ 2 ਦਿਨ ਬਾਅਦ ਲੱਗ ਜਾਂਦਾ ਚਾਵਲਾ ਸਾਹਿਬ। ਕਾਪੀ ਲਾ ਲਓ ਤੁਸੀਂ, ਮੈਂ ਤੇ ਜ਼ਿਆਦਾ ਬੀਜੀ ਆ ਵੀ ਜਿਹੜੇ ਨਾ ਪੰਜਾਬ 'ਚ ਮੁਹੱਲਾ ਕਲੀਨਿਕ ਬਣ ਰਹੇ ਆ ਚਾਵਲਾ ਸਾਹਿਬ, ਉਹ ਥਾਂ ਤੇ ਬਣਾਏ ਜਾ ਰਹੇ ਆ ਜਿੱਥੇ ਪਹਿਲਾਂ ਸੇਵਾ ਕੇਂਦਰ ਹੁੰਦੇ ਸੀਗੇ, ਉਹ ਇਮਾਰਤਾਂ ਵਰਤੀਆਂ ਜਾ ਰਹੀਆਂ। ਇੱਥੇ ਸੇਵਾ ਕੇਂਦਰ ਬਣਾਏ ਸੀਗੇ ਲੋਕਾਂ ਨੂੰ ਸੇਵਾਵਾਂ ਦੇਣ ਵਾਸਤੇ, ਸਰਕਾਰੀ ਸੇਵਾਵਾਂ ਦੇਣ ਵਾਸਤੇ, ਨਾ ਕਿ ਨੇੜੇ ਬਣ ਜਾਣ, ਸੇਵਾਵਾਂ ਨੇੜੇ ਮਿਲ ਜਾਣ, ਨਾ ਜਾਣਾ ਪਵੇ ਡਿਸਟ੍ਰਿਕਟ ਦੇ ਵਿੱਚ, ਨਾ ਜਾਣਾ ਤਹਿਸੀਲ ਦੇ ਵਿੱਚ, ਕਚਹਿਰੀਆਂ ਵਿੱਚ ਨਾ ਜਾਣਾ ਪਵੇ, ਕਿ ਉਹ ਇੱਕ ਥਾਂ ਤੇ ਲੋਕ ਜਾਣ, ਉੱਥੇ ਉਹ ਸੇਵਾਵਾਂ ਲੈ ਲੈਣ। ਇਹ ਸੁਖਬੀਰ ਬਾਦਲ ਦੀ ਬੜੀ ਵੱਡੀ, ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਅੱਛੀ ਸੋਚ ਸੀਗੀ ਇਹ। ਕੈਪਟਨ ਅਮਰਿੰਦਰ ਨੇ ਉਹ ਠਹਿਰਾ ਕਰਤਾ ਤੇ ਅੱਜ ਮਤਲਬ ਕਿ ਉਹਨਾਂ ਦੇ ਉੱਪਰ ਉਹ 50 ਸੀ ਬਿਲਡਿੰਗਾਂ ਨੂੰ ਰੰਗ ਕੀਤਾ, ਪਹਿਲਾ ਰੰਗ ਹਟਾਇਆ, ਆਪਣਾ ਰੰਗ ਕੀਤਾ ਤੇ ਉੱਥੇ ਲਿਖਤਾ ਉੱਪਰ ਆਮ ਆਦਮੀ ਕਲੀਨਿਕ। ਹੁਣ ਉੱਥੇ ਆਮ ਆਦਮੀ ਕਲੀਨਿਕ ਬਣ ਚੁੱਕੇ ਨੇ, ਬਣ ਰਹੇ ਨੇ ਜੀ। ਲਓ ਫਿਰ 2 ਲਾਈਨਾਂ ਫਲੈਸ਼ ਹੋ ਰਹੀਆਂ ਨੇ ਔਰ ਅੰਕਿਤ ਸਿਰਸਾ ਨੇ ਜਿਹੜੇ ਰਾਜ ਖੋਲੇ ਨੇ ਕਿ ਗੋਲਡੀ ਬਰਾੜ ਨੇ ਉਹਨਾਂ ਦਾ ਮਿਲਦਾ ਹੋਇਆ ਜਿਹੜਾ ਕੰਮ ਕਰਨ ਦਾ ਜਿਹੜਾ ਮੁਆਵਜ਼ਾ ਉਹ ਨਹੀਂ ਦਿੱਤਾ। ਵੇਖੋ ਜਿਹੜੇ ਇਹ ਕੰਮ ਆ, ਟਾਰਗੇਟ ਉਹਨਾਂ ਨੂੰ ਦਿੱਤਾ ਗਿਆ ਸੀ ਓਨਲੀ ਸਿੱਧੂ ਮੂਸੇਵਾਲਾ ਜੀ। ਉਹਨਾਂ ਨੇ ਨਾਲ ਦਿਆਂ ਨੂੰ ਭਾਵਾਂ ਕਿ ਚਲੋ ਸ਼ਰਾ ਲੋਗਾ ਹੋਊਗਾ, ਗੋਲੀ ਲੱਗੀ ਵੀ ਹੋ ਸਕਦੀ, ਮੈਂ ਨਹੀਂ ਕਹਿੰਦਾ ਕਿ ਸਾਹਮਣੇ ਬੈਠਾ ਜਦੋਂ ਗੋਲੀ ਚੱਲਦੀ ਹੈ ਤੇ ਮਤਲਬ ਬੁੜਕ ਕੇ ਲੱਗ ਜਾਂਦੀ ਹੈ ਜਾਂ ਇੱਕ ਅੱਧੀ ਐਕਸਟਰਾ ਚੱਲ ਜੇ ਉੱਧਰਲੇ ਪਾਸੇ ਟਾਰਗੇਟ ਤੋਂ, ਜ਼ਖਮੀ ਹੋ ਸਕਦਾ, ਵੱਧ ਵੀ ਨੁਕਸਾਨ ਹੋ ਸਕਦਾ ਸੀ। ਚਾਹੁੰਦੇ ਤਾਂ ਉਹ ਫਿਰ ਇਹ ਗਵਾਹ ਵੀ ਖਤਮ ਕਰ ਸਕਦੇ ਸੀ। ਹਾਂਜੀ, ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ। ਪਰ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਹੀ ਇਕੱਲਾ ਮਾਰਿਆ, ਇਹਨਾਂ ਨੂੰ ਨਹੀਂ ਮਾਰਿਆ। ਇਹਦਾ ਮਤਲਬ ਕੀ ਉਹਨਾਂ ਦਾ ਟਾਰਗੇਟ ਇਹੀ ਸੀ ਜਾਂ ਇੱਕੋ ਹੀ ਨਿਸ਼ਾਨਾ ਸੀ? ਬਾਕੀ ਇਹਦਾ ਮਤਲਬ ਕਿ ਉਹ ਇਵੇਂ ਮਤਲਬ ਉਹ ਨਹੀਂ ਸੀਗੇ ਕਿ ਬਿਨਾਂ ਵਜ੍ਹਾ ਤੋਂ ਆਤੰਕਵਾਦੀ ਜਾਂ ਕਹਿ ਲਓ ਕਿ ਜਾਂ ਉਹਨਾਂ ਨੂੰ ਕੋਈ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ, ਹਨਾ? ਉਹ ਮਤਲਬ ਕਿ ਬੇਵਕੂਫ ਨਹੀਂ ਸੀਗੇ, ਕਹਿੰਦਾ ਪਾਵੇ ਆ ਸਾਡੇ। ਮੈਂ ਹੁਣ ਕਦੇ ਵੀ, ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ, ਸਾਡੇ ਬਿੱਲਾ ਹੋਇਆ ਸੀਗਾ ਖੜਕੂ, ਹਾਂਜੀ, ਵਰਪਾਲਾਂ ਵਾਲਾ, ਜੋ ਉਹਦੇ ਨਾਲ ਹੋਇਆ ਚਲੋ ਮਾੜਾ ਹੋਇਆ ਹੋਊਗਾ, ਉਹ ਖੜਕੂ ਬਣ ਗਿਆ ਜਾਂ ਅੱਤਵਾਦੀ। ਮੈਂ ਤਾਂ ਅੱਤਵਾਦੀ ਕਹੂੰਗਾ, ਖੜਕੂ ਨਹੀਂ ਲਫ਼ਜ਼ਾਂ ਨੂੰ ਕਹੂੰਗਾ। ਉਹਨੇ ਫੜ ਕੇ ਮੋਟਰਸਾਈਕਲ ਤੇ ਹੁੰਦੀ ਸੀ ਵਾਈਟ ਰੰਗ ਦੀ ਫੀਅਰ ਇੱਕ, ਹਾਂਜੀ, ਸਾਡੇ ਇਲਾਕੇ ਦੇ ਵਿੱਚ ਫਤਿਆਬਾਦ ਦੀ ਮੈਂ ਗੱਲ ਕਰਦਾ, ਬਾਜ਼ਾਰ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਜਾ ਰਿਹਾ ਸੀਗਾ, ਅੰਨ੍ਹੇਵਾਹ ਤਰੜ ਤਰੜ ਤਰੜ, ਜਿਹਦੇ ਮਰਜ਼ੀ ਲੱਗੇ। ਹੈ ਕੋਈ ਬੰਦੇ ਵਾਲਾ ਕੰਮ? ਤੁਹਾਡਾ ਜੇ ਕੋਈ ਦੋਸ਼ੀ ਹੈ, ਤੁਹਾਡਾ ਕੋਈ ਇਹਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਰਿਹਾ, ਚਲੋ ਮੰਨ ਲਓ, ਫਿਰ ਵੀ ਤੁਹਾਡਾ ਹੱਕ ਨਹੀਂ ਗੋਲੀ ਚਲਾਉਣਾ। ਅੰਨ੍ਹੇਵਾਹ ਤਰੜ ਤਰੜ ਤਰੜ, ਜਿਹਨੂੰ ਮਰਜ਼ੀ ਲੱਗ ਜੇ, ਬੱਸਾਂ ਚੋਂ ਕੱਢ ਕੇ ਜਿਹਨੂੰ ਮਰਜ਼ੀ ਮਾਰ ਦਿਓ। ਗੱਲ ਬੰਦਿਆਂ ਵਾਲਾ ਕੰਮ ਸੀ? ਜਿਹਨੂੰ ਮਰਜ਼ੀ ਚੁੱਕ ਲਿਆ, ਫਰੌਤੀ ਲੈ ਲਈ, ਕਿ ਇਹ ਬੰਦਿਆਂ ਵਾਲਾ ਕੰਮ ਸੀ? ਸੋ ਭਾਵੇਂ ਕਿ ਇਹ ਸ਼ਾਰਪ ਸ਼ੂਟਰ ਕਹੇ ਜਾ ਰਹੇ ਨੇ ਜਾਂ ਸਿੱਧੂ ਮੂਸੇਵਾਲੇ ਦੇ ਕਾਤਲ ਨੇ, ਨਾਲ ਦਿਆਂ ਨੂੰ ਤੇ ਗੋਲੀ ਨਹੀਂ ਨਾ ਮਾਰੀ ਉਹਨਾਂ ਨੇ। ਜੇ ਮਾਰਨਾ ਚਾਹੁੰਦੇ ਤਾਂ ਮਾਰ ਸਕਦੇ ਸੀ, ਪਰ ਇਹਨਾਂ ਨੂੰ ਸਿਰਫ ਤੇ ਸਿਰਫ ਉੱਤੋਂ ਇਹੀ ਵੀ ਸਿੱਧੂ ਨੂੰ ਹੀ ਖਤਮ ਕਰਨਾ। ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹਨਾਂ ਨੂੰ ਜੇ ਹੋਰ ਵੀ ਕਹਿੰਦੇ ਹੋ ਵੀ ਨਾਲ ਵੀ ਸਿੱਧੂ ਮੂਸੇ ਨਾਲ ਕੋਈ ਬੰਦਾ ਵੀ ਮਾਰ ਦਿਓ ਬਸ ਤੁਸੀਂ, ਇਹ ਤਾਂ ਮਾਰ ਦਿੰਦੇ। ਟਾਰਗੇਟ ਸਿੱਧੂ ਸੀਗਾ। ਦੇਖੋ ਜਿਹੜਾ ਮਨੂੰ ਕੁੱਸਾ ਦੀ ਗੱਲ ਸਾਹਮਣੇ ਆਈ ਹੈ ਕਿ ਮਨੂੰ ਕੁੱਸਾ ਦੇ ਨਾਲ ਜੇਲ੍ਹ ਵਿੱਚ ਜੋ ਸੀਗਾ ਨਾ, ਕਤਲ ਦੇ ਕੇਸ ਪੈ ਗਏ ਸੀ, ਮਨੂੰ ਕੁੱਸਾ ਦੇ ਨਾਲ ਜਿਹੜਾ ਕਿ ਬੰਬੀਹਾ ਗਰੁੱਪ ਵਾਲੇ ਬੰਦੇ ਜੇਲ੍ਹ ਸੀਗੇ, ਬੰਬੀਹਾ ਗਰੁੱਪ ਵਾਲੇ ਬੰਦਿਆਂ ਨੇ ਜੇਲ੍ਹ ਦੇ ਵਿੱਚ ਮਨੂੰ ਕੁੱਸਾ ਨੂੰ ਕੁੱਟਿਆ ਮਾਰਿਆ ਸੀਗਾ। ਜਦੋਂ ਮੈਨੂੰ ਕੁੱਸਾ ਨੂੰ ਇਹ ਗੱਲ ਪਤਾ ਲੱਗੀ, ਉਹਨਾਂ ਆ ਗਿਆ ਵੀ ਸਿੱਧੂ ਮੂਸੇਵਾਲਾ ਮਾਰਨਾ, ਬੰਬੀਹਾ ਗਰੁੱਪ ਦੀ ਮਦਦ ਕਰਦਾ ਉਹ, ਤਾਂ ਉਹਨੇ ਪਹਿਲੀ ਗੋਲੀ ਉਸਨੇ ਮੈਨੂੰ ਕੁੱਸੇ ਨੇ ਮਾਰੀ ਸੀ। ਫਿਰ ਇਹ ਗੱਲ ਸਾਹਮਣੇ ਆ ਰਹੀ ਹੈ। ਚਲੋ, ਅੰਕਲ ਸ਼ੇਰਸ਼ਾਹ ਕਹਿੰਦਾ ਹੈ ਕਿ ਸਾਨੂੰ ਨੇ ਗੋਲਡੀ ਬਰਾੜ ਨੇ, ਡਾਕਟਰ ਗੋਲਡੀ ਬਰਾੜ ਨੇ ਸਾਨੂੰ ਪੈਸੇ ਨਹੀਂ ਦਿੱਤੇ ਹੈਗੇ ਜਿਹੜੇ ਸਾਡੇ ਨਾਲ ਕਾਰਮੇ ਸੀਗੇ, ਸਾਡੇ ਨਾਲ ਜੋ ਮਿੱਥੇ ਗਏ ਪੈਸੇ ਸੀਗੇ। ਜਦੋਂ ਕਹਿੰਦਾ ਪੈਸੇ ਮੰਗਣ ਦੀ ਗੱਲ ਕੀਤੀ, ਅਸੀਂ ਫੋਨ ਕਰਨ ਲੱਗੇ ਤਾਂ ਉਹਨਾਂ ਨੇ ਸਾਡਾ ਫੋਨ ਚੁੱਕਣਾ ਬੰਦ ਕਰਤਾ ਤੇ ਸਾਨੂੰ ਇੰਝ ਲੱਗਿਆ ਕਿ ਸਾਡੇ ਹੁਣ ਪੈਸੇ ਮਾਰੇ ਗਏ। ਅਸੀਂ ਐਡਾ ਬੜਾ ਕੰਮ ਕੀਤਾ ਉਹਨਾਂ ਵਾਸਤੇ, ਪਰ ਸਾਨੂੰ ਉਹ ਪੈਸੇ ਵੀ ਨਹੀਂ ਦਿੱਤੇ ਗਏ ਜਿਹੜੇ ਕਿ ਸਾਨੂੰ ਦੇਣੇ ਸੀ ਉਹਨਾਂ ਨੇ। ਚਾਵਲਾ ਸਾਹਿਬ, ਇਹ ਜਿਹੜਾ ਹੈਗਾ ਨਾ, ਜੇ ਇਹ ਬਿਆਨ ਨੂੰ ਆਪਾਂ ਪੁਲਿਸ ਦੇ ਸੂਤਰਾਂ ਅਨੁਸਾਰ ਬਿਆਨ ਬਾਹਰ ਆਇਆ, ਸੱਚ ਮੰਨ ਲਿਆ ਜਾਵੇ ਤਾਂ ਇਹ ਬੜਾ ਇਸ ਤਰ੍ਹਾਂ ਹੀ ਹੁੰਦਾ। ਜੇਕਰ ਕੋਈ ਚਾਹੇ, ਵੈਸੇ ਤਾਂ ਇਹ ਇਮਾਨਦਾਰੀ ਨਾਲ ਕਰਾਉਂਦੇ ਨੇ ਕਤਲ ਤਾਂ, ਪਰ ਜੇ ਬੰਦਾ ਚਾਹੇ ਕੋਈ ਕੈਨੇਡਾ ਬੈਠਾ ਤੇ ਜਾਂ ਬਾਹਰਲੇ ਮੁਲਕ 'ਚ ਬੈਠਾ, ਬੰਦਾ ਮੁੱਕਰ ਵੀ ਸਕਦਾ ਕਿ ਭਾਈ ਅਸੀਂ ਦੇਣੇ ਨਹੀਂ ਪੈਸੇ, ਤੁਹਾਨੂੰ ਜੋ ਕਰਨਾ ਕਰ ਲਓ ਤੁਸੀਂ। ਉਹ ਜੇਲ੍ਹ 'ਚ ਬੈਠੇ ਹੁਣ ਤੁਹਾਡਾ ਕੀ ਬਣਦਾ? ਹੁਣ ਤਾਂ ਬੈਠੇ ਜੇਲ੍ਹ 'ਚ, ਹੁਣ ਤਾਂ ਪੈਸੇ ਦਾ ਕਰਨਾ ਵੀ ਕੀ ਇਹਨਾਂ ਨੇ। ਮਿਹਰਬਾਨੀ, ਆਪਾਂ ਅਗਲੀ ਕਾਲ ਲੈ ਲੈਣੇ ਜੀ। 1 by 1 ਸਵਾਲ ਰਿਪੀਟ ਨਾ ਕੀਤਾ ਜਾਵੇ ਤੇ ਮਤਲਬ ਇੱਧਰ ਉੱਧਰ ਦੇ ਸਵਾਲ ਨਾ ਹੋਣ। 30 ਸੈਕਿੰਡ ਤੋਂ ਵੱਧ ਕੋਈ ਸਵਾਲ ਨਹੀਂ ਜੀ। ਹਾਂਜੀ, ਅਗਲੀ ਕਾਲ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਕੀਤਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਸਿੰਘ ਨੂੰ, ਇਹ ਕੀਤਾ ਸਿੰਘ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਦਰਬਾਰ ਸਿੰਘ ਬੇਟਾ ਜੀ। ਮੈਂ ਇਹ ਸੋਚਦੀ ਹਾਂ ਵੀ ਇਹ ਗੈਂਗਸਟਰ ਵਗੈਰਾ ਬਣਦੇ ਆ। ਸਾਡੇ ਘਰੇ ਇੱਕ ਮੁੰਡਾ ਮੇਰੇ ਦੇਰ ਦਾ, ਉਹ ਇੰਨੇ ਡਾਕ ਖਾ ਕੇ ਡਾਕ ਨਹੀਂ ਉਹ ਖਾਂਦਾ, ਤਾਂ ਪਤਾ ਨਹੀਂ ਕੀ ਹੈਗਾ, ਸਾਰੀ ਉਹਨੇ ਘਰ ਵੀ ਵੇਚਦਾ, ਤਹਿ ਵੀ ਵੇਚਦਾ। ਉਹ ਅਜੇ ਵੀ ਨਹੀਂ ਹਟਦਾ ਕਿ
ਕਿ ਉਹਦੇ ਮਾਂ ਉਹਦੀ ਬੜੀ ਚੁੱਪ ਪਿੱਛ ਵਿੱਚ ਕਰਦੀ ਸੀ। ਇਹ ਜਿਹੜੇ ਬਣਾਉਂਦੇ ਆ ਘਰ ਦੇ ਬੱਚਿਆਂ ਨੂੰ ਇੰਨਾ ਪਹਿਲਾਂ ਜੰਮਦੇ ਕਹਿੰਦੇ ਸੀਰੀਆਂ ਬੱਚਿਆਂ ਨੂੰ ਤਾਂ ਪਹਿਲਾਂ ਸੰਭਾਲੋ। ਜੇ ਤੁਸੀਂ ਗੈਂਗਸਟਰ ਬਣਾਉਂਦੇ ਆ ਤੁਸੀਂ ਕਿਉਂ ਇਹਦਾ ਜਿਹੜੇ ਕਹਿੰਦੇ ਜੰਮਣ ਤੋਂ ਬਣਾਉਂਦੇ ਹੋ ਘਰ ਦੇ ਮਾਂ ਪਿਓ ਜ਼ਿੰਮੇਵਾਰ ਹੁੰਦੇ ਆ। ਕੀ ਮਾਂ ਚਾਹੂਗੀ ਮੇਰਾ ਬੱਚਾ ਸਾਰਾ ਪੰਜਾਬ ਗਰਕ ਕਰ ਦਿੱਤਾ। ਕੋਈ ਸ਼ਰਾਬਾਂ ਪੀਂਦਾ, ਕੋਈ ਡਰੱਗ ਖਾਂਦਾ, ਕਿ ਇਹ ਘਰ ਘਰ ਦੀ ਕਹਾਣੀ ਬਣ ਗਈ ਆ ਤੇ ਉਹ ਗੈਂਗਸਟਰ ਵਿੱਚੋਂ ਬਾਹਰ ਲੱਗ ਗਿਆ, ਇੱਕ ਦੂਜੇ ਨੂੰ ਮਾਰ ਲਏ। ਇਹ ਕੀ ਬਣੂਗਾ ਪੰਜਾਬ ਦਾ? ਮੈਨੂੰ ਇਹ ਨਹੀਂ ਕੀਤਾ ਜੀ ਸਿੰਘ ਜੀ ਪਤਾ ਲੱਗਦਾ ਕਿ ਉੱਥੇ ਇੰਨਾ ਰੌਲਾ ਝੋਲਾ ਕੋਈ ਬੰਦਾ ਤਾਂ ਸੁਣ ਲਓ। ਤੇ ਹੁਣ ਜੇ ਉਹ ਭਗਵੰਤ ਮਾਨ ਆਪਣੀਆਂ ਹੀ ਮਾਰੀ ਜਾਂਦਾ, ਇਹਨੂੰ ਇਹ ਤੋਂ ਕੀ ਆਸਾਂ ਸੀ? ਇਹਨੇ ਕਿੱਧਰ ਨੂੰ ਕੰਮ ਲੈ ਗਿਆ? ਸੋ ਕੋਈ ਚੱਜਦਾ ਕੋਈ ਪੰਜਾਬ ਨੂੰ ਕੋਈ ਲੀਡਰ ਮਿਲ ਜਾਊਗਾ ਜਿਹੜਾ ਮੁੱਖ ਮੰਤਰੀ ਕੋਈ ਸੁਧਾਰ ਦੂ। ਪਹਿਲੇ ਤਾਂ ਖਾ ਪੀ ਕੇ ਲੁੱਟ ਕੇ ਘਰ ਸਾਰਾ ਪੰਜਾਬ ਬਹਿ ਗਿਆ, ਹੁਣ ਇਹਦੀ ਵਾਰੀ ਆਈ ਆ ਤੇ ਦਿੱਲੀ ਜਾ ਕੇ ਬੜਿਆ ਰਹਿੰਦਾ। ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਨਹੀਂ ਵੈਸੇ ਮਨੋ ਗੁੱਸਾ ਦੀ ਕਹਾਣੀ ਸੁਣਨ ਤੋਂ ਪਤਾ ਲੱਗਦਾ ਆਪਾਂ ਨੂੰ ਆਪਣਾ ਮਿਸਟਰ ਗੋਸਲ ਕੇ ਉਹ ਮਾਂ ਬਾਪਾਂ ਦਾ ਵਿਗਾੜਿਆ ਹੋਇਆ ਨਹੀਂ ਬਣਿਆ। ਉਹੀ ਮੈਂ ਮਿਸਟਰ ਗੋਸਲ ਦੀ ਗੱਲ ਕਿ ਕੋਈ ਵੀ ਮਾਂ ਬਾਪ ਨਹੀਂ ਚਾਹੂਗਾ ਕਿ ਮੇਰਾ ਬੱਚਾ ਜਿਹੜਾ ਹੈ ਉਹ ਗੈਂਗਸਟਰ ਬਣੇ। ਪਰ ਜਿਹੜੀ ਇਸ ਨੌਜਵਾਨ ਦੀ ਕਿ ਕੋਈ ਲੜਾਈ ਝਗੜਾ ਹੋਇਆ, ਉਹਦੇ ਹੱਥੀ ਆ ਗਈ, ਉਹ ਜੇਲ੍ਹ ਚਲ ਗਿਆ, ਜੇਲ੍ਹ ਚ ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ, ਫਿਰ ਉਹਨੇ ਪਿੱਛਾ ਭੌਂ ਕੇ ਨਹੀਂ ਵੇਖਿਆ ਕੀ ਪਤਾ ਕੀ ਉਹਨੂੰ ਕੀਤਾ, ਕੀ ਜਲੀਲ ਕੀਤਾ। ਫਿਰ ਉਹਦੇ ਵਿੱਚ ਵੀ ਤੇ ਆ ਗਿਆ ਨਾ ਕੋਈ, ਮਤਲਬ ਹਰ ਬੰਦੇ ਦੇ ਵਿੱਚ ਮਤਲਬ ਆਕੜ ਤੇ ਕੀੜੀ ਦੇ ਵਿੱਚ ਵੀ ਹੁੰਦੀ ਆ। ਸੋ ਅਗਲੀ ਕਾਲ ਲੈ ਲੈਣੇ ਜੀ। ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ। ਆਓ ਜੀ ਮਾਮੂ ਜੀ ਹਾਜ਼ਰ ਹੋ ਗਏ ਨੇ ਜੀ, ਹੁਣ ਸਵਾਲ ਕਰਨ ਵਾਲੇ ਕਰ ਸਕਦੇ ਨੇ। ਹਾਂਜੀ ਮਾਮੂ ਜੀ ਤੁਹਾਨੂੰ ਸਵਾਲ ਕਰਕੇ ਗਿਆ ਸਰੋਤਾ। ਹਾਂਜੀ ਮੈਂ ਉਹੀ ਗੱਲ ਦਾ ਜਵਾਬ ਦੇਣ ਲੱਗਾ, ਮੈਂ ਸੁਣ ਲਿਆ ਸੀ ਉਹਨਾਂ ਦਾ, ਮੈਂ ਉਦੋਂ ਕਾਲ ਲਾ ਲਈ ਸੀ, ਸੁਣ ਰਿਹਾ ਸੀ ਮੈਂ ਪ੍ਰੋਗਰਾਮ ਤੁਹਾਡਾ, ਹਮੇਸ਼ਾ ਹੀ ਸੁਣੀ ਦਾ। ਤੇ ਗੱਲ ਪਤਾ ਕੀ ਹੈ, ਦੇਖੋ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਅਸੀਂ ਇੱਥੇ ਹਸਪੀਟਲ ਜਾਂਦੇ ਹਾਂ ਤਾਂ ਕਿੰਨੀ ਵੇਟਿੰਗ ਹੈ, ਜਾਂ ਕਈ ਵਾਰ ਇੱਥੇ ਵੀ ਬੰਦੇ ਆਪਾਂ ਕਹਿੰਦੇ ਐਮਰਜੈਂਸੀ ਦੇ ਵਿੱਚ ਉਹ ਦਮ ਤੋੜ ਗਿਆ ਜੀ। ਕਿਉਂਕਿ ਦੇਖੋ ਹਰ ਜਗ੍ਹਾ ਦੇ ਉੱਤੇ ਤੁਸੀਂ ਇੱਕ ਚੰਗਾ ਸਿਸਟਮ ਦੇ ਸਕਦੇ ਹੋ, ਪਰ ਉਹ ਸਿਸਟਮ ਨੂੰ ਚਲਾਉਣ ਵਾਲੇ ਲੋਕ ਕਦੋਂ ਕਿਹੋ ਜਿਹਾ ਦਿਮਾਗ ਕਿਹਨੇ ਯੂਜ਼ ਕੀਤਾ ਜਾਂ ਉੱਥੇ ਇਹੋ ਜਿਹਾ ਹੈਪਨ ਕਿਉਂ ਹੋਇਆ, ਉਹਦੀ ਇਨਕੁਆਇਰੀ ਹੋ ਕੇ ਇਨਸਾਫ ਹੋਣਾ ਜ਼ਰੂਰੀ ਆ। ਪਰ ਹੈਪਨ ਜੇ ਹੋ ਗਿਆ ਤਾਂ ਉਹਨੂੰ ਸਰਕਾਰ ਦੇ ਸਿਰ ਜਾਂ ਅਰਵਿੰਦ ਕੇਜਰੀਵਾਲ ਦੇ ਸਿਰ ਨਹੀਂ ਮੰਨਣਾ ਚਾਹੀਦਾ। ਠੀਕ ਹੈ, ਉਹਨਾਂ ਨੇ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉੱਥੇ ਜੇ ਕੋਈ ਗਲਤ ਨਲਾਇਕੀ ਹੋਈ ਹੈ ਜਾਂ ਕਿਸੇ ਨੇ ਮੈਨੂੰ ਪਤਾ ਹੀ ਤੁਸੀਂ ਇਸ ਵਿਸ਼ੇ ਨੂੰ ਰਾਈਟ ਵੇ ਇੱਥੋਂ ਦੀ ਜਿਹੜੀ ਆ ਚੀਜ਼ ਨਾਲ ਜੋੜੋਗੇ ਕਿ ਇੱਥੇ ਵੀ ਇੱਕ ਕਿਸਮ ਦਾ ਜਿਹੜਾ ਹੈ ਹਸਪੀਟਲਾਂ ਦੇ ਵਿੱਚ ਨਹੀਂ ਮਾਮੂ ਜੀ ਮੈਨੂੰ ਗੱਲ ਕਰ ਲੈਣ ਦਿਓ, ਮਾਮੂ ਜੀ ਗੱਲ ਕਰ ਲੈਣ ਦਿਓ। ਮੈਨੂੰ ਪਤਾ ਸੀ ਵੀ ਇੱਥੇ ਇਹ ਘਟਨਾ ਇੱਥੇ ਵੀ ਵਾਪਰਦੀਆਂ ਨੇ, ਪਰ ਇੱਥੋਂ ਦੇ ਜਿਹੜੇ ਰਾਜਨੀਤਿਕ ਲੋਕ ਨੇ, ਤੁਸੀਂ ਇੱਥੇ ਰਹਿੰਦੇ ਹੋ, ਕੈਨੇਡੀਅਨ ਸਿਟੀਜ਼ਨ ਹੋ, ਵੋਟ ਵੀ ਪਾਉਂਦੇ ਹੋ, ਮੈਨੂੰ ਦੱਸੋ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਜੇ ਅਸੀਂ ਬੜੇ ਸੁਧਾਰ ਕਰ ਦਿੱਤੇ ਆ, ਕਦੀ ਵੋਟਾਂ ਮੰਗੀਆਂ ਹੁਣ ਖੁੱਲ੍ਹ ਕੋਈ ਕਿੱਦਾਂ? ਨਹੀਂ ਦੇਖੋ ਸਿਆਸਤ ਤਾਂ ਚਾਵਲਾ ਜੀ ਦੇਖੋ ਕੰਮ ਕਰਨ ਦੇ ਦਾਅਵਿਆਂ ਦੇ ਨਾਲ ਹੀ ਸਰਕਾਰਾਂ ਦੁਆਰਾ ਬਣਦੀਆਂ ਨੇ, ਨਹੀਂ ਤਾਂ ਉਹਨਾਂ ਨੂੰ ਬਦਲਿਆ। ਸਾਡੇ ਉੱਥੇ ਤੁਸੀਂ ਮੰਨਦੇ ਹੋ ਕਿ ਇਹ ਲੋੜ ਤੋਂ ਵੱਧ ਪ੍ਰਚਾਰਿਆ ਜਾਂਦਾ? ਨਹੀਂ ਬਿਲਕੁਲ 100% ਇਸ ਗੱਲ ਨਾਲ ਮੈਂ ਵੀ ਇਸ ਚੀਜ਼ ਦਾ ਵਿਰੋਧ ਕਰਦਾ। ਜਿੱਤੋਂ ਵੱਧ ਇਹਨਾਂ ਚੀਜ਼ਾਂ ਤੇ ਖਰਚਾ ਕਰਦੇ ਨਾ, ਜਦੋਂ ਖਰਚਾ ਕਰਨ ਦੀ ਲੋੜ ਹੁੰਦੀ ਹੈ, ਮੈਂ ਤਾਂ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਕਹਿ ਗਿਆ ਸੀ ਵੀ ਤੁਸੀਂ ਜਦੋਂ ਵੋਟਾਂ ਆਉਂਦੀਆਂ ਉਹਨਾਂ 6 ਮਹੀਨੇ ਜੇ ਖਰਚਾ ਕਰਨਾ ਤਾਂ ਬੇਸ਼ੱਕ ਦੀ ਕਰ ਲਓ, ਪਰ ਅੱਜ ਜਿਹੜਾ 4.5 ਸਾਲ ਲੋਕਾਂ ਨੂੰ ਸਰਵਿਸ ਦੇਣ ਦੀ ਕੋਸ਼ਿਸ਼ ਕਰੋ ਉਹਨਾਂ ਪੈਸਿਆਂ ਦੇ। ਅੱਛਾ, ਤੇ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਕਿ ਗੈਂਗਸਟਰ ਮੈਂ ਐਵੇਂ ਹੀ ਖਤਮ ਕਰਨੇ ਆ, ਨਹੀਂ ਦੇਖੋ ਮੇਰੇ ਖਿਆਲ ਆ ਵੀ ਜਿਹੜਾ ਹੋ ਸਕਦਾ ਕਿਸੇ ਵੀ ਗੱਲ ਦਾ ਤਰੀਕਾ ਜਾਂ ਲਹਿਜਾ ਕੁਛ ਵੱਖਰਾ ਹੋ ਸਕਦਾ, ਪਰ ਉਹਨਾਂ ਦੀ ਜਿਹੜੀ ਕੋਸ਼ਿਸ਼ ਆ, ਸਰਕਾਰ ਦੀ ਕੋਸ਼ਿਸ਼ ਆ, ਜਿਹੜਾ ਪੰਜਾਬ ਜਾਂ ਹਰੇਕ ਦੁਨੀਆ ਦਾ ਕੰਟਰੀ ਆ ਚਾਹੁੰਦਾ ਵੀ ਇੱਥੇ ਬਿਲਕੁਲ ਇਹੋ ਜਿਹੀ ਚੀਜ਼ ਨਾ ਹੋਵੇ। ਔਰ ਪਹਿਲੀ ਗੱਲ, ਦੂਜੀ ਗੱਲ ਮੈਂ ਇਹ ਵੀ ਕਹਿ ਦਿੰਦਾ, ਦੇਖੋ ਗੈਂਗਸਟਰ ਆ ਜਿਹੜਾ ਇਹ ਜਾਂ ਲੜਾਈਆਂ ਨੇ ਜਿਹੜੀਆਂ ਇਹ ਤਾਂ ਨਾਰਮਲ ਆ, ਇਹ ਕਦੀ A to Z ਖਤਮ ਨਹੀਂ ਹੋ ਸਕਦੀਆਂ। ਉਹਦਾ ਰੀਜ਼ਨ ਕਾਰਨ ਨੇ, ਹਰ ਇਨਸਾਨ ਕੋਈ ਪਰੇਸ਼ਾਨ ਜਾਂ ਕਿੱਦਾਂ ਕਿਸੇ ਨੂੰ ਗੁੱਸਾ ਆ ਗਿਆ, ਕਿਸੇ ਤੋਂ ਛੋਟੀ ਜਿਹੀ ਗਲਤੀ ਅਚਨਚੇਤ ਹੋ ਗਈ, ਉਹਦੇ ਤੇ ਵੀ ਕਈ ਵਾਰ ਬੰਦਾ ਕਰ ਜਾਂਦਾ। ਅੱਛਾ ਮਾਮੂ ਜੀ ਗਾਂ ਚਲ ਜਾਂਦੇ ਹੋ ਤੁਸੀਂ, ਮੈਨੂੰ ਬੜੇ ਜਵਾਬ ਦੇਣੇ ਪੈਂਦੇ ਨੇ ਵੀ ਤੁਹਾਡਾ ਯਾਰ ਆ ਤੁਸੀਂ ਬਖਸ਼ ਦਿੰਦੇ ਨਹੀਂ। ਮਾਮੂ ਜੀ ਭਗਵੰਤ ਮਾਨ ਜੀ ਨੇ ਕੀ ਕਿਹਾ ਕਿ ਮੈਂ ਗੈਂਗਸਟਰ ਏਦਾਂ ਹੀ ਮਾਰਨੇ? ਮੇਰੇ ਖਿਆਲ ਏਦਾਂ ਮਾਰ ਨਹੀਂ, ਕੀਦਾ ਸਾਹਿਬ ਨੂੰ ਜਵਾਬ ਦੇ ਲੈਂਦੇ, ਮੈਂ ਕੀਦਾ ਸਾਹਿਬ ਉਹਨਾਂ ਤੋਂ ਲੈ ਲਓ। ਨਹੀਂ ਅਸਲ 'ਚ ਉਹ ਜਿਹੜਾ ਨਾ ਮਾਮੂ ਜੀ ਜੋ ਕਹਿੰਦੇ ਨਾ ਵੀ ਜਿਵੇਂ ਕਿਹਾ ਵੀ ਉਹ ਕੇਜਰੀਵਾਲ ਤੁਸੀਂ ਵੀ ਜਵਾਬ ਦਿੱਤਾ ਉਹਨਾਂ ਦਾ, ਜਿਹੜੇ ਗੈਂਗਸਟਰ ਮਾਰਨ ਦੀ ਗੱਲ ਕੀਤੀ ਹੈ ਕਿ ਨਸ਼ਾ ਤਸਕਰ ਤੇ ਗੈਂਗਸਟਰ ਜਿਹੜੇ ਹੈਗੇ ਨੇ ਉਹ ਏਦਾਂ ਹੀ ਖਤਮ ਕਰਾਂਗੇ, ਖਤਮ ਕਰਨੇ ਪੈਣੇ ਸਾਨੂੰ ਤਾਂ ਇਹ ਪੰਜਾਬ ਸਾਫ ਸੁਥਰਾ ਹੋਵੇਗਾ। ਇਹਦਾ ਮਤਲਬ ਇਹ ਹੈ ਚਾਵਲਾ ਸਾਹਿਬ, ਉਹਨੇ ਇਹ ਆਪਣਾ ਜਿਹੜਾ ਕਹਿ ਰਿਹਾ ਨਾ ਆਪਾਂ ਵੀ ਉਹਨਾਂ ਨੇ ਕਿਹਾ ਵੀ ਏਦਾਂ ਹੀ ਮਾਰਾਂਗੇ, ਇਸ ਤਾਂ ਇਹ ਥੋੜਾ ਜਿਹਾ ਇਹ ਕਹਿਣ ਦਾ ਲਹਿਜਾ ਹੋਰ ਬਦਲ ਜਾਂਦਾ। ਉਹਨੇ ਕਿਹਾ ਵੀ ਗੈਂਗਸਟਰ ਅਸੀਂ ਜਿਹੜਾ ਕਿ ਗੈਂਗਸਟਰ ਪੰਜਾਬ ਦੇ ਵਿੱਚ ਤੇ ਨਸ਼ਾ ਤਸਕਰ ਉਹ ਏਦਾਂ ਹੀ ਮਾਰਨੇ ਚਾਹੀਦੇ ਤੇ ਏਦਾਂ ਹੀ ਮਾਰਾਂਗੇ ਅਸੀਂ, ਇਹ ਗੱਲ ਇਹਦਾ ਮਤਲਬ ਇਹ ਆ ਚਾਵਲਾ ਸਾਹਿਬ।
ਕਿਉਂਕਿ ਦੇਖੋ ਚਾਵਲਾ ਸਾਹਿਬ ਮੈਂ ਦੇਖੋ ਇੱਕ ਚੀਜ਼ ਦੇਖੋ ਹਮੇਸ਼ਾ ਕਹਿੰਦਾ ਹੁੰਦਾ, ਕਿਉਂਕਿ ਮੰਨ ਲਓ ਇਹ ਤਾਂ ਸਰੇਆਮ ਆਪਾਂ ਨੂੰ ਸੀਨ ਸਾਹਮਣੇ ਆਇਆ ਤੇ ਇਹਨਾਂ ਨੂੰ ਮੁੜ ਕੇ ਐਂਡ ਤੇ ਫਾਂਸੀ ਵੀ ਹੋਣੀ ਸੀ, ਚਲੋ ਉਹ ਮੰਨ ਲਓ ਠੀਕ ਆ, ਔਰ ਉਹਦੇ ਨਾਲ ਕਿੰਨਾ ਟਾਈਮ ਖਰਾਬ ਹੁੰਦਾ। ਜਾਂ ਵੈਸੇ ਹੀ ਮੈਂ ਜਰਨਲੀ ਗੱਲ ਕਰਦਾ, ਮੈਂ ਹਾਲਾਂਕਿ ਮੈਂ ਨਹੀਂ ਕਿਸੇ ਚੀਜ਼ ਦੇ ਹੱਕ 'ਚ ਨਹੀਂਗਾ, ਚੰਗੀ ਗੱਲ ਸੀ ਉਹਨਾਂ ਨੂੰ ਫੜਿਆ ਜਾਂਦਾ, ਪਰ ਇਹ ਕਈ ਵਾਰੀ ਉਹ ਉਸ ਚੀਜ਼ ਦੇ ਵਿੱਚੋਂ ਨਿਕਲ ਗਏ ਹੋਣ। ਚੰਗੀ ਗੱਲ ਸੀ ਜੀ ਉਹਨਾਂ ਨੂੰ ਫੜਿਆ ਜਾਂਦਾ, ਫੜ ਕੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਉਹਨਾਂ ਦੇ ਕੋਲੋਂ ਬਿਆਨ ਲੈ ਜਾਂਦੇ ਕਿ ਸਾਡੀ ਅਸੀਂ ਕਿਹਦੇ ਕਹਿਣ ਦੇ ਉੱਤੇ ਸਾਰਾ ਕੰਮ ਕੀਤਾ ਆ। ਪਰ ਚਾਵਲਾ ਸਾਹਿਬ ਤੁਸੀਂ ਇੱਕ ਚੀਜ਼ ਨੂੰ, ਇਸ ਚੀਜ਼ ਨੂੰ ਆਪਾਂ ਦੇਖੋ ਸਦੀਆਂ ਤੋਂ ਤਰਸਦੇ ਆ ਵੀ ਕਈ ਵਾਰੀ ਇਨਸਾਫ ਇੰਨਾ ਲੇਟ ਹੋ ਜਾਂਦਾ, ਬਈ ਕਈ ਵਾਰੀ ਆਪਾਂ ਇਨਸਾਫ ਨੂੰ ਤਰਸਦੇ। ਚਲੋ ਪਰ ਜੇ ਮਤਲਬ ਤੁਸੀਂ ਇਹਦਾ ਮਤਲਬ ਕਿ ਤੁਸੀਂ ਇਸ ਦੋਨਾਂ ਕਤਲਾਂ ਨੂੰ ਜਾਇਜ਼ ਠਹਿਰਾ ਰਹੇ ਹੋ? ਮੈਂ ਜਾਇਜ਼ ਨਹੀਂ ਠਹਿਰਾ ਰਿਹਾ, ਜਿਹੜਾ ਕੁਝ ਹੋ ਗਿਆ ਉਹ ਹੁਣ ਉਸ ਤੋਂ ਬਾਅਦ ਕਹਿ ਰਹੇ ਆ ਵੀ ਚਲੋ ਇਹਨਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਜੁਰਮ ਕੀਤਾ, ਜੇ ਇਹਨਾਂ ਨੂੰ ਉਹ ਸਜ਼ਾ ਇਸ ਤਰ੍ਹਾਂ ਮਿਲ ਗਈ ਜਾਂ ਕੋਰਟਾਂ ਰਾਹੀਂ ਮਿਲ ਜਾਂਦੀ ਉਹ ਵੀ ਸੇਮ ਸੀ। ਬੜੇ ਵੱਡੇ ਮਗਰਮੱਛ ਜਿਹੜੇ ਨੇ ਉਹ ਅਜੇ ਵੀ ਗੱਲ ਤੇ ਆਉਣਾ। ਦੇਖੋ ਮੈਂ ਤੁਹਾਨੂੰ ਉਹੀ ਗੱਲ ਦੱਸਦਾ, ਦੇਖੋ ਸਭ ਤੋਂ ਵੱਡਾ ਕਿੱਥੇ ਨੱਥ ਪਾਉਣੀ ਪੈਗੀ, ਅੱਜ ਗੈਂਗਸਟਰ ਕਿੱਦਾਂ ਬਣਦੇ ਆ, ਕਿਉਂਕਿ ਇਹ ਸਾਰਿਆਂ ਨੇ ਪਿੰਡੇ ਤੇ ਹੰਡਾਇਆ। ਜਵਾਨੀ ਟਾਈਮ ਆਪਾਂ ਵੀ ਕਾਲਜ ਪੜ੍ਹਦੇ ਆ, ਅਸੀਂ ਵੀ ਉਸ ਦਹਲੀਜ਼ ਤੋਂ ਵਾਪਸ ਮੁੜੇ ਹੋਏ ਲੋਕ ਹਾਂ, ਜਿਨ੍ਹਾਂ ਚ ਅਸੀਂ ਮੈਂ ਜਾਂ ਆਪਣੇ ਦੋਸਤਾਂ ਦੇ ਪੁੱਤ ਕਦੋਂ ਆਪੇ ਤੋਂ ਬਾਹਰ ਕਰਨੇ ਪੈਂਦੇ ਮਾਪਿਆਂ ਨੂੰ, ਉਹਨਾਂ ਨੂੰ ਬੇਦਖਲ ਕਰਨਾ ਪੈਂਦਾ, ਉਹ ਇੱਕ ਨਸ਼ਾ ਸਭ ਤੋਂ ਵੱਡੀ ਕਮਜ਼ੋਰੀ ਆ। ਅੱਛਾ ਜੀ, ਅਗਲੀ ਕਾਲ ਲੈ ਕੇ ਵਾਈਂਡ ਅਪ ਕਰਾਂਗੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਬਸ 30 ਸੈਕਿੰਡ ਆ ਮੇਰੇ ਕੋਲ, ਤਾਂ ਮੈਂ ਆਪਣੇ ਗੱਲ ਕਰਕੇ ਖਤਮ ਕਰ ਦੇਣੀ, ਤੁਸੀਂ ਜਵਾਬ ਦੇ ਦਿਓ। ਇੱਕਦਮ ਮੈਂ ਸੀਗਾ ਚਾਵਲਾ ਸਾਹਿਬ ਮਾਮੂ ਜੀ ਦੀ ਆਪਣੇ ਗੱਲ ਨੂੰ ਅੱਗੇ ਵਧਾਉਣਾ, ਤੁਸੀਂ ਇਹਨੂੰ ਪੁੱਛਿਆ ਵੀ ਇੱਥੇ ਨਹੀਂ ਏਦਾਂ ਪਾਰਟੀਆਂ ਆਪਣੇ ਕੀਤੇ ਕੰਮਾਂ ਦੇ ਵੋਟ ਮੰਗਦੀਆਂ। ਸ਼ਾਇਦ ਮੈਂ ਤੁਹਾਨੂੰ ਚੇਤਾ ਕਰਾ ਦਿਆਂ ਕਿ ਬਰੈਂਪਟਨ ਹਸਪੀਟਲ ਦੇ ਉੱਤੇ ਇੱਕ ਬੰਦਾ ਪਾਰਟੀਕੂਲਰ ਬੰਦਾ ਤਾਂ ਨਹੀਂ, ਪਰ ਪਾਰਟੀਆਂ ਹੁਣ ਤੱਕ ਵੋਟ ਮੰਗਦੀਆਂ ਆਈਆਂ, ਤੇ ਸ਼ਾਇਦ ਏਦਾਂ ਹੀ ਚੱਲੂ ਜਾਗਾ ਵੀ ਅਸੀਂ ਤੁਹਾਨੂੰ ਹਸਪੀਟਲ ਬਣਾ ਕੇ ਦੇਵਾਂਗੇ, ਰਾਈਟ। ਤੇ ਜੀ ਮੇਰੀ ਗੱਲ ਇਹ ਸੀਗੀ ਵੀ ਜਿਹੜਾ ਦਿੱਲੀ ਦੇ ਵਿੱਚ ਉਹ ਆਪਣੇ ਚੱਲਿਆ ਹੋਇਆ ਜਿਹੜੇ ਆਪਣੇ ਭੈਣ ਜੀ ਹੋਣਾ ਨੂੰ ਉਹਨਾਂ ਨੇ ਦਿੱਤਾ ਆਪਣੀ ਸੀਗੀ ਪ੍ਰੈਗਨੈਂਸੀ ਦੇ ਵਿੱਚ ਡਿਲੀਵਰੀ ਲਈ, ਉਹਨਾਂ ਨੇ ਹਸਪੀਟਲ 'ਚ ਜਗ੍ਹਾ ਨਹੀਂ ਮਿਲੀ, ਤੇ ਮੈਂ ਉੱਥੇ ਪੁੱਛਣਾ ਚਾਹੁੰਦਾ ਸੀ ਭਲਾ ਉਹਨਾਂ ਨੂੰ ਮੁੜ ਕੇ ਕੇਜਰੀਵਾਲ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ? ਜੀ ਕਿਹਦਾ ਸਾਹਿਬ ਕਾਰਵਾਈ ਵਾਲਾ ਅਜੇ ਤੱਕ ਖਬਰ ਕਿਤੇ ਮਿਲੀ ਨਹੀਂ ਪੜਨ ਨੂੰ ਮੈਨੂੰ। ਉਹ ਇਹ ਪਰਸੋਂ ਦੀ ਗੱਲ, ਮੈਂ ਸੁਣਿਆ ਤਲਬ ਕਰ ਲਿਆ, ਮੈਨੂੰ ਇਹ ਸੀ ਕਿ ਤਲਬ ਕਰ ਲਿਆ, ਇਹ ਖਬਰ ਹੈਗੀ ਆ, ਪਰ ਫਿਰ ਵੀ ਚਲੋ ਕੱਢ ਲਿਆਵਾਂਗੇ, ਅਗਲੇ ਸਿਰ ਕੱਢ ਲਿਆਵਾਂਗੇ। ਮੈਂ ਉਹ ਕਹਿਣਾ ਚਾਹੁੰਦਾ ਜੀ ਇਹੀ ਆਪਣੇ ਪੰਜਾਬ 'ਚ ਪਹਿਲੀਆਂ ਸਰਕਾਰਾਂ 'ਚ ਇਹ ਕੰਮ ਹੁੰਦੇ ਰਹੇ ਤੇ ਕਿਸੇ ਨੇ ਪੁੱਛਿਆ ਨਹੀਂ ਕਦੇ ਵੀ। ਨਹੀਂ ਬੜੀ ਵਾਰੀ ਹੋਇਆ ਵੀਰ ਜੀ, ਅਸੀਂ ਤੁਹਾਨੂੰ ਦੱਸ ਦਈਏ ਕਿ ਬੜੀ ਵਾਰੀ ਖਬਰ ਆਪਣੇ ਪੰਜਾਬ 'ਚ ਤਾਂ ਕਿਡਨੀਆਂ ਕੱਢ ਕੇ ਵੇਚ ਗਏ। ਹਾਂ ਉਹ ਆਪਾਂ ਬੜਾ ਕੁਝ ਹੋਇਆ, ਬਹੁਤ ਕੁਝ ਹੋਇਆ। ਬੱਚਿਆਂ ਦੀਆਂ ਵੇਖੋ ਗੱਲ ਸੁਣੋ, ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਤਾਂ ਪਰ ਮੰਨਣਾ ਪਊਗਾ, ਮੈਂ ਉਹਦਾ ਕੋਈ ਭਗਤ ਨਹੀਂ, ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ। ਬਿਲਕੁਲ ਸਹੀ ਗੱਲ ਆ, ਜਿਹੜੀ ਸਹੀ ਗੱਲ ਆ। ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਬੱਚਾ ਸੜਕ ਤੇ ਪੈਦਾ ਹੋਇਆ, ਬੱਚਾ ਤੇ ਜਹਾਜ਼ਾਂ 'ਚ ਵੀ ਪੈਦਾ ਹੋ ਜਾਂਦਾ, ਬੱਚੇ ਸੜਕਾਂ ਤੇ ਪਹਿਲੀ ਵਾਰੀ ਨਹੀਂ ਪੈਦਾ ਹੋਏ ਵੀਰ, ਪੰਜਾਬ ਦੇ ਵਿੱਚ ਵੀ ਪੈਦਾ ਹੋਏ ਆ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਮੈਨੂੰ ਯਾਦ ਨਹੀਂ ਹੈ ਕਿ ਇੱਥੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਪ੍ਰਸਤੁਤ ਪੀੜਾਂ ਹੋ ਰਹੀਆਂ ਸੀ, ਮਤਲਬ ਤੰਗ ਸੀ, ਪਰੇਸ਼ਾਨੀ ਸੀ। ਕਿਤੇ ਵੀ ਹੋ ਸਕਦਾ ਹੈ, ਕਿਤੇ ਵੀ ਹੋ ਸਕਦਾ, ਪਰ ਗੱਲ ਇਹ ਹੈ ਕਿ ਆਮ ਤੋਂ ਜਿਹੜੇ VIP ਬਣ ਜਾਂਦੇ ਨੇ, ਗਲਤੀ ਉਹਨਾਂ ਦੀ ਚੱਲਦੀ ਪਈ ਸੀਗੀ। ਮਾਮੂ ਜੀ ਬਹੁਤ ਬਹੁਤ ਸ਼ੁਕਰੀਆ, ਕੀਰਤ ਸਾਹਿਬ ਤੁਹਾਡਾ ਵੀ ਧੰਨਵਾਦ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।